दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनिराग। श्री गुर शब्द कमाए जिन जीते पंच बेकार। तिन संतन को वंदना सिर चरणन पर तार। एक ओंकारा सतगुरु तिह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दुबैया छंद अद्भुत देखत ही बिस्माद्यो। कहो मोल यह जो इसकी सम को और ना पेख्यो। लेहो मोल कहसो अद्भुत देखत ही बिस्माद्यो। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी। सतगुरु जी की साजी निवाजी गुरु रूप गुरु प्यारी साध संगत जीओ। आप जी बहुत ही कर्मां वाले वड्डियां भागां वाले वडभागी हो जो धन धन श्री गुरु अर्जन देव महाराज जी के पावन पवित्र स्थान विखे हाजरियां भर के धन धन श्री गुरु ग्रंथ साहिब महाराज जी दी खुशियां प्राप्त कर रहे हो। सतगुरु जी की धुर की बाणी के जाप आप संगतां ने सरवण कीते हैं। हुण जो रोजाना ही नितनेम नाल सतगुरु महाराज जी की पावन पवित्र लड़ीवार कथा चल रही है उसका समा होया है। जिवें भैन नानकी जी की बेनती मन के गुरु नानक साहब जी उन्होंने घर विखे आए। इत्थे सतगुरु जी विराजमान हैं ते कहा है कि भैन नानकी जी तुहाडे मन का की फुरना है वो आप जी सानू कहिए। भैन नानकी जी हाथ जोड़ के कहन लगे कि महाराज मेरी तो इक्को ही बेनती है कि जदों भी आप जी मैं याद करा आप मैनू दर्शन देंदे रहो। आप जी का दर्शन होंदा रहे होर मैनू कोई लालसा नहीं है। सतगुरु महाराज कहन लगे भी बिल्कुल ऐसा ही होवेगा। आप जी जदों भी याद करोगे भावें असीं नेड़े भावें दूर काम करते होइए जां वेले होइए जरूर आप जी पास आ जावांगे। इस तरह बड़े खुश होए है। जिहड़ा सोहना चंगा एक रसोईया कार है रसोई तैयार करने वाला भोजन उसनूं बुलाया है तरह तरह के भोजन तैयार करवाए हैं। सतगुरु जी ने उस वक्त भाई मरदाना जी नूं भेज के भाई बाला जी नूं बुला लिया जो भाईया जयराम कोल बैठे हुए सी। आके तिन्हां ने भोजन छकिया। सतगुरु जी ने भाई मरदाना भाई बाला जी ने ते भैन नानकी जी अपने हत्थां नाल परोसते है सारा भोजन जिन्हें रुचि छकिया है।
ਉੱਥੇ ਫਿਰ ਭੈਣ ਨਾਨਕੀ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਹੁਣ ਤੁਸੀਂ ਜਾਓ, ਰਬਾਬ ਜਿਹੜਾ ਸੋਨਾ ਖਰੀਦ ਕੇ ਲਿਆਓ, ਅਤੇ ਮੁੱਲ ਦਾ ਬਿਲਕੁਲ ਨਹੀਂ ਕੋਈ ਸਰਫਾ ਕਰਨਾ ਵੀ ਇੰਨੇ ਨਹੀਂ ਇੰਨੇ ਦੇਣੇ ਹੈ, ਜਿੰਨੇ ਪੈਸੇ ਲੱਗਣਗੇ ਉਹ ਸਾਡੇ ਕੋਲ ਲੈ ਜਾਓ ਅਤੇ ਦੇ ਦੇਣੇ, ਲੈ ਕੇ ਆਉਣਾ ਹੈ ਰਬਾਬ ਸੋਨਾ। ਇੱਧਰ ਭਾਈ ਮਰਦਾਨਾ ਜੀ ਤੇ ਚੱਲ ਪਏ ਸੁਲਤਾਨਪੁਰ ਵਿੱਚ ਸ਼ਹਿਰ 'ਚ ਚੱਕਰ ਮਾਰਨ ਵਾਸਤੇ, ਲੱਭਣ ਵਾਸਤੇ ਰਬਾਬ ਨੂੰ। ਇੱਧਰ ਗੁਰੂ ਅੰਗਦ ਦੇਵ ਮਹਾਰਾਜ ਜੀ, ਭਾਈ ਬਾਲਾ ਜੀ ਕਹਿੰਦੇ ਕਿ ਸੱਚੇ ਪਾਤਸ਼ਾਹ ਮੈਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਤਲਵੰਡੀ ਨਗਰ ਚਲਿਆ ਜਾਵਾਂ, ਕਿਉਂਕਿ ਬਹੁਤ ਸਮਾਂ ਬੀਤ ਗਿਆ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਬਾਲਾ ਜੀ ਕੀ ਰੰਜਿਸ਼ ਹੈ, ਕਿ ਕੋਈ ਨਾਰਾਜ਼ੀ ਹੈ ਸਾਡੇ ਨਾਲ ਕਿ ਜਿਹੜਾ ਸਾਥ ਛੱਡ ਕੇ ਜਾਂਦੇ ਹੋ? ਕਹਿਣ ਲੱਗੇ ਮਹਾਰਾਜ ਕੋਈ ਨਾਰਾਜ਼ੀ ਨਹੀਂ ਹੈ, ਮੈਂ ਤਾਂ ਹਮੇਸ਼ਾ ਹੀ ਆਪ ਜੀ ਪਾਸੋਂ ਵਾਰੀ ਮੰਗਦਾ ਹਾਂ, ਕਿਰਪਾ ਕਰੀਏ ਮੈਨੂੰ ਐਸਾ ਵਰ ਦਈਏ ਮੈਂ ਕਦੇ ਵੀ ਸਤਿਗੁਰੂ ਜੀ ਆਪ ਜੀ ਨੂੰ ਭੁਲਾਵਾਂ ਨਾ, ਮੇਰੇ ਹਿਰਦੇ ਤੋਂ ਕਦੀ ਪਰਮੇਸ਼ਰ ਦਾ ਨਾਮ ਨਾ ਵਿਸਰੇ। ਦੂਸਰਾ ਵਾਰ ਇਹ ਬਖਸ਼ੀਏ ਵੀ ਜਿਹੜੇ ਨਿੰਦਕ ਲੋਕ ਹੈ, ਮ੍ਰਿਗ ਤ੍ਰਿਸ਼ਨਾ ਵਾਂਗ ਦੌੜਦੇ ਨਿੰਦਿਆ ਕਰਦੇ, ਉਹਨਾਂ ਲੋਕਾਂ ਦੀ ਕਿਤੇ ਮੈਨੂੰ ਸੰਗਤ ਨਾ ਹੋ ਜੇ, ਉਹਨਾਂ ਨੂੰ ਦੇਖ ਕੇ ਉਹਨਾਂ ਦੇ ਖੋਟੇ ਵਾਗ ਸੁਣ ਕੇ ਕਿਤੇ ਮੈਂ ਭਰਮ ਨਾ ਜਾਵਾਂ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਬਾਲਾ ਐਸਾ ਕਦੀ ਨਹੀਂ ਹੋਵੇਗਾ, ਆਪ ਜੀ ਦੀ ਜਿਹੜੀ ਮੱਤ ਹੈ, ਮਨ ਹੈ, ਉਹਦੇ ਸਮੇਰ ਪਰਬਤ ਵਾਂਗ ਅਡੋਲ ਹੀ ਰਹੇਗਾ, ਜਿਵੇਂ ਉਹ ਹਵਾ ਦੇ ਨਾਲ ਕਦੀ ਡੋਲਦਾ ਨਹੀਂ ਹੈ। ਇਸ ਤਰ੍ਹਾਂ ਦੇ ਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ, ਭਾਈ ਬਾਲਾ ਜੀ ਚਲੇ ਗਏ। ਇੱਧਰ ਭਾਈ ਮਰਦਾਨਾ ਜੀ ਸੁਲਤਾਨਪੁਰ ਵਿੱਚ ਜਦੋਂ ਰਬਾਬ ਲੈਣ ਗਏ, ਸੁਲਤਾਨਪੁਰ ਦੇ ਜਿਹੜੇ ਮਰਾਸੀ ਆਦਿਕ ਸਨ ਜਿਨ੍ਹਾਂ ਕੋਲ ਰਬਾਬ ਲਿਆਉਣਾ ਸੀ, ਉਹ ਭਾਈ ਮਰਦਾਨੇ ਜੀ ਦਾ ਨਾ ਕੋਈ ਸਤਿਕਾਰ ਕਰਦੇ, ਨਾ ਕੋਈ ਬੈਠਣ ਨੂੰ ਕਹਿੰਦੇ ਹੈ, ਸਗੋਂ ਨਿੰਦਿਆ ਕਰਦੇ, ਕਹਿੰਦੇ ਵੀ ਇਹ ਤਾਂ ਉਹ ਉਸ ਦਾ ਮਰਾਸੀ ਹੈ ਜੋ ਕੁਰਾਹੇ ਪਿਆ ਹੋਇਆ ਹੈ, ਮੋਦੀ ਖਾਨੇ ਦੀ ਕਿਰਤ ਛੱਡ ਕੇ, ਆਪਣਾ ਘਰ ਛੱਡ ਕੇ, ਧੀਆਂ ਪੁੱਤਰਾਂ ਦਾ ਮੋਹ ਛੱਡ ਕੇ, ਖਫਣੀ ਪਾ ਕੇ ਤੇ ਜੰਗਲ ਵਿੱਚ ਹੀ ਰਹਿ ਰਹੇ ਹੈ। ਇਹ ਤਾਂ ਉਹਨਾਂ ਦਾ ਬੰਦਾ ਹੈ, ਉਹਨਾਂ ਦਾ ਮਰਾਸੀ ਹੈ ਮਰਦਾਨਾ। ਇਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਸੁਣ ਕੇ ਤੇ ਬਹੁਤ ਗੁੱਸਾ ਆਉਂਦਾ ਹੈ, ਪਰ ਵੱਸ ਕੋਈ ਨਹੀਂ ਚੱਲਦਾ। ਵਾਪਸ ਆ ਕੇ ਥੱਕੇ ਟੁੱਟੇ ਮਹਾਰਾਜ ਬਿਨਾਂ ਰਬਾਬ ਲਿਆਂਦੇ ਤੋਂ ਵੇਖ ਕੇ ਕਹਿੰਦੇ ਭਾਈ ਮਰਦਾਨਾ ਜੀ ਵਾਪਸ ਆ ਗਏ, ਉਹ ਬਿਨਾਂ ਰਬਾਬ ਲਿਆਂਦੇ। ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਆਪ ਜੀ ਨੂੰ ਸਭ ਪਤਾ ਹੀ ਹੈ, ਮੈਨੂੰ ਕੀ ਪੁੱਛਦੇ ਹੋ, ਅੰਤਰਜਾਮੀ ਹੋ ਤੁਸੀਂ। ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਵੀ ਦੱਸੋ। ਕਹਿੰਦੇ ਮਹਾਰਾਜ ਕੀ ਕਰੀਏ, ਕਹਿਣ ਜੋ ਗੱਲ ਹੈ ਹੀ ਨਹੀਂ ਹੈ, ਮੰਦੀ ਮੱਤ ਵਾਲੇ ਨਿੰਦਿਆ ਕਰਦੇ ਆ, ਉਲਟਾ ਸਿੱਧਾ ਬੋਲਦੇ, ਰਬਾਬ ਤੇ ਕਿਸੇ ਨੇ ਕੀ ਦੇਣਾ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜੇ ਨਿੰਦਕ ਲੋਕ ਹੈ ਭਾਈ ਮਰਦਾਨਾ, ਇਹ ਤਾਂ ਇਹੋ ਜਿਹੇ ਹੀ ਹੈ, ਨਿੰਦਿਆ ਕਰਨ ਵਾਲੇ ਨਿੰਦਿਆ ਕਰੀ ਜਾਂਦੇ ਹੈ, ਕੁੱਕਰਾਂ ਦੀ ਨਿਆਈ ਕੁੱਤਿਆਂ ਦੀ ਨਿਆਈ ਭੌਂਕਦੇ ਰਹਿੰਦੇ ਹੈ। ਇਹੋ ਜਿਹੇ ਲੋਕ ਆਪਣਾ ਜਨਮ ਗਵਾ ਕੇ ਅਵਾਰਾ ਕਰਕੇ ਜਨਮ ਇੱਕ ਦਿਨ ਚਲੇ ਜਾਂਦੇ ਇੱਥੋਂ, ਉੱਥੇ ਜੰਮਦੀਆਂ ਹੀ ਫੇਟਾਂ ਚੋਟਾਂ ਪੈਂਦੀਆਂ, ਮਾਰਾਂ ਪੈਂਦੀਆਂ ਹੈ, ਕੋਈ ਛਡਾਉਣ ਵਾਲਾ ਨਹੀਂ ਇੱਥੇ ਹੁੰਦਾ ਹੈ। ਤੁਸੀਂ ਆਪਣਾ ਕੰਮ ਕਰੋ, ਲੋਕਾਂ ਦੀ ਲੋਕ ਲੱਜਿਆ ਛੱਡੋ ਅਤੇ ਰਬਾਬ ਲੈ ਕੇ ਆਓ। ਕਹਿੰਦੇ ਵੀ ਮਹਾਰਾਜ ਮੈਂ ਉੱਥੇ ਤਾਂ ਹੁਣ ਜਾਣਾ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਇੱਕ ਨਗਰ ਹੈ ਫੇਰੂ ਨਾਮ ਦਾ, ਉੱਥੇ ਚਲੇ ਜਾਓ, ਉੱਥੇ ਇੱਕ ਰਫੰਦਾ ਨਾਮ ਦਾ ਰਬਾਬੀ ਉਸ ਪਾਸੋਂ ਲੈ ਕੇ ਆਓ, ਜੇ ਨਾ ਦੇਣਗੇ ਸਾਡਾ ਨਾਮ ਲੈ ਦੇਣਾ। ਕਹਿੰਦੇ ਮਹਾਰਾਜ ਕਿਰਪਾ ਕਰੋ ਕਿ ਮੈਨੂੰ ਮੁੱਲ ਹੀ ਪੂਰਾ ਦੇ ਦਿਓ, ਤਾਂ ਜੋ ਮੈਨੂੰ ਵਾਪਸ ਨਾ ਆਉਣਾ ਪਵੇ, ਇੱਕੇ ਵਾਰੀ ਜਾਵਾਂ ਅਤੇ ਲੈ ਕੇ ਹੀ ਆ ਜਾ। ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਮੁੱਲ ਚਾਹੀਦਾ, ਪੈਸੇ ਚਾਹੀਦੇ ਹੈ, ਅਤੇ ਸਾਡੇ ਭੈਣ ਨਾਨਕੀ ਜੀ ਦੇ ਘਰ ਚਲੇ ਜਾਓ। ਭਾਈ ਮਰਦਾਨਾ ਜੀ ਉੱਥੇ ਗਏ, ਫਿਰ ਉਹ ਲੈ ਲਿਆ ਹੈ, ਪੈਸੇ ਲੈ ਲਏ ਬੇਨਤੀ ਕਰਕੇ, ਬੜੀ ਛੇਤੀ ਚਲੇ ਗਏ। 3 ਦਿਨਾਂ ਬਾਅਦ ਉਹ ਫੇਰੂ ਪਿੰਡ ਪਹੁੰਚੇ। 2 ਦਿਨ ਉੱਥੇ ਘੁੰਮਦੇ ਫਿਰਦੇ ਰਹੇ, ਫਿਰੰਦਾ ਨਾਮ ਲੈ ਕੇ ਪੁੱਛਦੇ ਰਹੇ, ਕਿਸੇ ਨੇ ਨਾ ਦੱਸਿਆ, ਕਿਉਂਕਿ ਫਿਰੰਦਾ ਨਾਮ ਦਾ ਮਨੁੱਖ ਹੈ ਹੀ ਨਹੀਂ ਸੀ ਉਸ ਨਗਰ ਵਿੱਚ। ਫਿਰ ਤੁਰ ਕੇ ਥੱਕ ਕੇ ਹਾਰ ਕੇ
ਬੈਠ ਕੇ ਇੱਕ ਰੁੱਖ ਦੇ ਹੇਠਾਂ ਇਹਨੇ ਨੂੰ ਇੱਕ ਮਨੁੱਖ ਆਇਆ, ਜਿਸ ਨੇ ਪੁੱਛਿਆ ਵੀ ਤੂੰ ਭਾਈ ਕੌਣ ਹੈ, ਕਿੱਥੋਂ ਆਇਆ ਹੈ, ਕੀ ਕੰਮ ਹੈ ਤੇਰਾ, ਤੇਰਾ ਘਰ ਕਿੱਥੇ ਹੈ, ਤੇਰਾ ਵਤਨ ਕਿਹੜਾ ਹੈ, ਸਾਨੂੰ ਦੱਸ। ਤੇਰਾ ਚਿਹਰਾ ਵੀ ਬੜਾ ਮੁਰਝਾਇਆ ਹੋਇਆ ਹੈ, ਕੀ ਕੰਮ ਤੂੰ ਉਹ ਵੀ ਦੱਸ। ਭਾਈ ਮਰਦਾਨਾ ਜੀ ਨੂੰ ਸੁਣ ਕੇ ਧੀਰਜ ਆਈ। ਫਿਰ ਕਿਹਾ ਹੈ ਕਿ ਮੈਂ ਫਿਰੰਦਾ ਨਾਮ ਦੇ ਰਬਾਬੀ ਕੋਲ ਆਇਆ ਹਾਂ, ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ ਹੈ ਰਬਾਬ ਲੈਣ ਵਾਸਤੇ, ਉਹ ਮੈਨੂੰ ਲੱਭ ਨਹੀਂ ਰਹੇ। ਉਸ ਵਕਤ ਕਿਹਾ ਹੈ ਅੱਗੋਂ ਉਸ ਮਨੁੱਖ ਨੇ ਕਿ ਹੇ ਭਾਈ ਮਰਦਾਨਾ, ਮੈਂ ਹੀ ਹਾਂ, ਉਹ ਫਿਰੰਦਾ ਨਾਮ ਦਾ ਰਬਾਬੀ ਮੈਂ ਹੀ ਹਾਂ, ਮੇਰੇ ਪਾਸ ਹੀ ਤੈਨੂੰ ਭੇਜਿਆ ਮਹਾਰਾਜ ਜੀ ਨੇ। ਉਸ ਵਕਤ ਕਹਿੰਦਾ ਵੀ ਮੈਂ ਰਬਾਬ ਦੇਣਾ, ਤੁਸੀਂ ਲੈ ਜਾਓ। ਇੰਨੀ ਗੱਲ ਕਹਿਣ ਦੀ ਦੇਰ ਉਸੇ ਵੇਲੇ ਰਬਾਬ ਪੈਦਾ ਕਰ ਦਿੱਤਾ ਹੈ, ਜਿਹੜਾ ਹੈ ਪ੍ਰਗਟ ਕਰ ਦਿੱਤਾ ਹੈ। ਭਾਈ ਮਰਦਾਨਾ ਜੀ ਹੈਰਾਨ ਹੋ ਗਏ ਵੀ ਇਹ ਰਬਾਬ ਹੁਣੇ ਕਿਹਾ, ਐਡੀ ਛੇਤੀ ਕਿੱਥੋਂ ਲੈ ਆਂਦਾ ਹੈ, ਇਵੇਂ ਅਸਚਰਜ ਹੋ ਗਏ ਹੈ। ਫਿਰ ਅੱਗੇ ਜਿਵੇਂ ਰਿੰਦਾ ਪ੍ਰਸੰਗ ਸਾਧ ਸੰਗਤ ਜੀ ਆ ਰਿਹਾ ਹੈ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਲਵਾਓ ਸੀਸ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਵਈਆ ਛੰਦ ਅਦ ਬੁੱਧ ਦੇਖਤ ਹੀ ਬਿਸਮਾਦਿਓ। ਜਦੋਂ ਭਾਈ ਮਰਦਾਨਾ ਜੀ ਨੂੰ ਦੱਸਿਆ ਹੈ ਕਿ ਮੈਂ ਹੀ ਫਿਰੰਦਾ ਹਾਂ, ਮੇਰੇ ਪਾਸ ਹੀ ਤੈਨੂੰ ਭੇਜਿਆ ਹੈ, ਤੇ ਗੁਰੂ ਨਾਨਕ ਸਾਹਿਬ ਜੀ ਤੇ ਉਹ ਹਨ ਜਿਨ੍ਹਾਂ ਨੇ ਸੁੱਤੇ ਸੇਧੀ ਆ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਸਰੂਪ ਧਾਰਨ ਕੀਤਾ, ਅਵਤਾਰ ਧਾਰਨ ਕੀਤਾ ਹੈ। ਮੈਂ ਰਬਾਬ ਦੇਣਾ ਹਾਂ, ਤੁਸੀਂ ਲੈ ਜਾਓ। ਉਸੇ ਵੇਲੇ ਰਬਾਬ ਜਿਹੜਾ ਹੈ ਪ੍ਰਗਟ ਕਰ ਦਿੱਤਾ ਹੈ। ਭਾਈ ਮਰਦਾਨਾ ਜੀ ਦੇਖ ਕੇ ਜਿਹੜੇ ਹੈ ਵਿਚਾਰਦੇ ਵੀ ਆ ਕਿੱਥੋਂ ਕੱਢ ਲਿਆ ਹੈ ਰਬਾਬ, ਐਡੀ ਛੇਤੀ ਅਜੇ ਕਿਹਾ ਹੀ ਹੈ। ਇਹਨਾਂ ਦੀ ਜਿਹੜੀ ਰੀਤੀ ਉਹ ਜਾਣੀ ਨਹੀਂ ਜਾ ਰਹੀ। ਅਦਭੁਤ ਦੇਖਤ, ਦੇਖਦਿਆਂ ਸਾਰੀ ਬੜੇ ਹੈਰਾਨੀ ਜਨਕ ਜੇ ਹੋਏ ਹੈ। ਭਾਈ ਮਰਦਾਨਾ ਜੀ ਅਦਭੁਤ ਬੜਾ ਸੁੰਦਰ ਜਿਹੜਾ ਰਬਾਬ ਦੇਖਿਆ ਹੈ, ਉਹ ਦੇਖ ਕੇ ਭਾਈ ਮਰਦਾਨਾ ਦੇ ਅਸਚਰਜ ਹੋ ਗਿਆ ਹੈ। ਕਹੋ ਮੋਲ ਇਹ ਜੋ, ਇਹ ਭਾਈ ਫਿਰੰਦਾ, ਇਸ ਦਾ ਜਿਹੜਾ ਮੁੱਲ ਹੈ ਰਬਾਬ ਦਾ, ਉਹ ਜੋ ਹੈ ਉਹ ਤੂੰ ਮੈਨੂੰ ਕਹਿ ਦੇ, ਦੱਸ ਦੇ। ਇਸ ਕੀ ਸਮ ਕੋ ਔਰ ਨਾ ਵੇਖਿਓ, ਕਿਉਂਕਿ ਇਹ ਰਬਾਬ ਬੜਾ ਸੋਹਣਾ ਹੈ, ਇਹਦੇ ਵਰਗਾ ਤੇ ਮੈਂ ਹੋਰ ਕੋਈ ਰਬਾਬ ਦੇਖਿਆ ਨਹੀਂ ਅੱਜ ਤੱਕ। ਲਿਹੋ ਮੋਲ ਕਹਿਸੋ, ਜੋ ਇਸ ਦਾ ਮੁੱਲ ਹੈ ਉਹ ਮੈਨੂੰ ਤੁਸੀਂ ਕਹੋ, ਦੱਸ ਦਿਓ ਤੇ ਉਹ ਮੇਰੇ ਕੋਲ ਲੈ ਲਓ। ਨਹ ਮੋਲ ਇਸ ਕੋ ਤੁਮ ਪਾਹੀ। ਭਾਈ ਫਿਰੰਦਾ ਉਸ ਵਕਤ ਬੋਲਿਆ, ਹੈ ਭਾਈ ਮਰਦਾਨਾ, ਤੇਰੇ ਪਾਸ ਇਹ ਰਬਾਬ ਦਾ ਮੁੱਲ ਨਹੀਂ ਹੈ। ਐਸੀ ਕਹਿਤ ਫਿਰੰਦਾ, ਇਸ ਤਰ੍ਹਾਂ ਉਹ ਫਿਰੰਦਾ ਕਹਿੰਦਾ ਹੈ ਵੀ ਮਰਦਾਨਾ ਜੀ, ਤੁਹਾਡੇ ਪਾਸ ਇਸ ਰਬਾਬ ਦਾ ਤੇ ਮੁੱਲ ਹੈ ਹੀ ਨਹੀਂ। ਪੁਨ ਹਮ ਨ ਲੈਨੋ ਪੀ ਨਾਹੀ। ਫਿਰ ਜਿਹੜਾ ਵੀ ਰਬਾਬ ਦਾ ਮੁੱਲ ਲੈ ਲਈਏ ਉਹ ਵੀ ਅਸੀਂ ਨਹੀਂ ਲੈਣਾ। ਸ੍ਰੀ ਅਵਤਾਰ ਮੁਕੰਦਾ, ਕਿਉਂਕਿ ਜਿਨ੍ਹਾਂ ਦੇ ਕੰਮ ਵਾਸਤੇ ਤੂੰ ਆਇਆ ਹੈ ਉਹ ਤੇ ਸ਼੍ਰੋਮਣੀ ਅਵਤਾਰ ਹੈ, ਮੁਕਤੀ ਦਾਤੇ ਹੈ ਗੁਰੂ ਨਾਨਕ ਸਾਹਿਬ ਜੀ। ਮਰਦਾਨਾ ਮਨ ਹੋਏ ਹਿਰਾਨਾ, ਜੋ ਭਾਈ ਮਰਦਾਨਾ ਜੀ ਹੈ ਸੁਣ ਕੇ ਮਨ ਵਿੱਚ ਹੈਰਾਨ ਹੋ ਗਏ ਹੈ। ਬੂਝਤ ਤਿਹ ਪ੍ਰਤ ਐਸੇ, ਉਸ ਦੇ ਤਾਈ ਇਸ ਤਰ੍ਹਾਂ ਪੁੱਛਦੇ ਹਨ, ਏ ਰਬਾਬ ਤੁਮ ਕਿਤ ਬਿਦ ਦੀਨੋ। ਹੈ ਵੀ ਭਾਈ ਫਿਰੰਦੇ, ਇਹ ਜਿਹੜਾ ਰਬਾਬ ਆ ਇੰਨਾ ਕੀਮਤੀ, ਇੰਨਾ ਸੋਹਣਾ, ਤੂੰ ਭਲਾ ਵੀ ਆ ਕਿਸ ਤਰ੍ਹਾਂ ਜਿਹੜਾ ਮੁਕਤੀ ਦੇ ਰਿਹਾ ਹੈ। ਮੋਲ ਨਾ ਲੈਹੋ ਕੈਸੇ, ਕਿਸ ਤਰ੍ਹਾਂ ਜਿਹੜਾ ਤੂੰ ਇਹਦਾ ਮੁੱਲ ਨਹੀਂ ਲੈ ਰਿਹਾ, ਨਾ ਤੈਨੂੰ ਅਸੀਂ ਜਾਣਦੇ, ਨਾ ਤੂੰ ਸਾਨੂੰ ਹੀ ਜਾਣਦਾ ਹੈ। ਸਭ ਬਿਰਤਾਂਤ ਪਨੀਜੈ ਆਪਣਾ, ਆਪਣਾ ਜਿਹੜਾ ਸਾਰਾ ਬਿਰਤਾਂਤ ਹੈ, ਪ੍ਰਸੰਗ ਹੈ, ਉਹ ਕਹਿ ਦਿਓ ਸਾਨੂੰ। ਖੋਵਹੁ
ਸੰਸੈ ਹਮਰਾ। ਮੈਨੂੰ ਤੇ ਤੁਹਾਡੀ ਗੱਲ ਸੁਣ ਕੇ ਬੜਾ ਸੰਸਾ ਹੋ ਗਿਆ ਹੈ, ਭਰਮ ਹੋ ਗਿਆ ਹੈ। ਉਹ ਮੇਰਾ ਸਾਰਾ ਸੰਸਾ ਹੀ ਨਾਸ ਕਰੋ। ਸ਼ੁਭ ਸੁਭਾਏ ਸ਼ੁਭ ਵੇਖ ਮధుਰ ਬਚ। ਫਿਰ ਵੀ ਤੇਰਾ ਜਿਹੜਾ ਸੁਭਾਅ ਹੈ ਉਹ ਵੀ ਬੜਾ ਚੰਗਾ ਹੈ, ਜਿਹੜਾ ਤੇਰਾ ਸਰੀਰ ਦੇ ਲਿਬਾਸ ਉਹ ਵੀ ਬੜਾ ਚੰਗਾ, ਤੇਰੇ ਬਚਨ ਵੀ ਬੜੇ ਮਿੱਠੇ ਪਿਆਰੇ ਹਨ। ਭੇਦ ਨਾ ਜਾਣਿਓ ਤੁਮਰਾ। ਤੇਰਾ ਅਸੀਂ ਭੇਦ ਨਹੀਂ ਜਾਣਿਆ ਵੀ ਇੰਨਾ ਸੁੰਦਰ ਪੁਰਸ਼ ਇੰਨੇ ਮਿੱਠੇ ਬਚਨਾਂ ਵਾਲਾ ਕਿੱਥੋਂ ਪੈਦਾ ਹੋ ਗਿਆ ਹੈ। ਹਨਤ ਫਿਰੰਦਾ ਅੰਮ੍ਰਿਤ ਮੰਡਲ ਕੋ। ਉਸ ਵਕਤ ਭਾਈ ਫਰੰਦਾ ਜੀ ਨੇ ਕਿਹਾ ਹੈ ਕਿ ਹੇ ਮਰਦਾਨਾ ਜੀ, ਇਹ ਜਿਹੜੇ ਅੰਮ੍ਰਿਤ ਮੰਡਲ ਹੈ ਨਾ, ਮੌਤ ਦਾ ਮੰਡਲ, ਇਹ ਮਾਤ ਲੋਕ, ਇਹ ਜਿਹੜਾ ਸੰਸਾਰ ਦੁਨੀਆ ਹੈ, ਇਹ ਰਬਾਬ ਨਹ ਲਖੀਏ। ਇਹ ਜਿਹੜਾ ਤੁਹਾਨੂੰ ਰਬਾਬ ਦੇ ਰਿਹਾ, ਇਹ ਰਬਾਬ ਵੀ ਇਥੋਂ ਦਾ ਨਾ ਜਾਣੀਏ ਤੇ ਮੈਨੂੰ ਵੀ ਇਸ ਲੋਕ ਦਾ ਨਾ ਸਮਝੀਏ। ਅੰਤ ਅਗਰ ਸੋ ਨਹੀਂ ਮਜਾਵਹੋ। ਤੇ ਹੋਰ ਵੀ ਕਹਿ ਦਿੰਦੇ ਆ ਕਿ ਇਹ ਜਿਹੜਾ ਰਬਾਬ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਵਜਾਉਣਾ ਹੈ, ਹੋਰ ਕਿਸੇ ਪੁਰਸ਼ ਦੇ ਅੱਗੇ ਨਾ ਇਹ ਰਬਾਬ ਵਜਾਉਣਾ ਕਰੀਏ। ਸ੍ਰੀ ਨਾਨਕ ਜਹ ਪਿਖੀਏ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਖੋਗੇ, ਉੱਥੇ ਰਾਤ ਦਿਨ ਇਹ ਰਬਾਬ ਭਾਵੇਂ ਵਜਾਈ ਜਾਇਓ, ਪਰ ਕਿਸੇ ਹੋਰ ਪੁਰਸ਼ ਦੇ ਅੱਗੇ ਇਸ ਰਬਾਬ ਨੂੰ ਨਹੀਂ ਵਜਾਉਣਾ। ਕਹਾਂ ਬਜਾਵਹ ਚੱਲ ਮਰਦਾਨਾ। ਚੱਲ ਵੀ ਹੁਣ ਭਾਈ ਮਰਦਾਨਾ ਸਾਡੇ ਨਾਲ ਤੁਰ, ਤੇ ਉੱਥੇ ਜਿੱਥੇ ਗੁਰੂ ਸਾਹਿਬ ਜੀ ਹੈ ਉੱਥੇ ਜਾ ਕੇ ਰਬਾਬ ਵਜਾਓ। ਸੰਗ ਚਲਹਾਂ ਮੈਂ ਤੇਰੇ। ਮੈਂ ਵੀ ਤੇਰੇ ਨਾਲ ਹੀ ਚੱਲਦਾ ਹਾਂ। ਪਾਦ ਪਦਮ ਕੋ ਦਰਸ਼ਨ ਕਰਹਾਂ। ਕਿਉਂਕਿ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਹੈ, ਉਹਨਾਂ ਨੂੰ ਮੈਂ ਪਰਸਣਾ ਕਰਾਂਗਾ, ਛੋਹਣਾ ਕਰਾਂਗਾ, ਨਾਲੇ ਉਹਨਾਂ ਦਾ ਮਹਾਨ ਦਰਸ਼ਨ ਕਰਾਂਗਾ। ਹਿਰਦੇ ਲਾਲਸਾ ਮੇਰੇ। ਮੇਰੇ ਹਿਰਦੇ ਵਿੱਚ ਲਾਲਸਾ ਇੱਛਾ ਹੈ ਵੀ ਉਹਨਾਂ ਦਾ ਦਰਸ਼ਨ ਕਰਾਂ ਤੇ ਨਾਲੇ ਚਰਨ ਛੋਹਾਂ। ਜੁਗਲ ਚੱਲੇ ਔਰ ਹਰਖ ਵਿਸਾਲਾ। ਇਸ ਤਰ੍ਹਾਂ ਬੜਾ ਖੁਸ਼ ਹੋ ਕੇ ਦੋਵੇਂ ਹੀ ਸਤਿਗੁਰ ਜੀ ਦੀ ਤਰਫ ਚੱਲੇ ਹਨ। ਪਹੁੰਚੇ ਜਹਾਂ ਕਿਰਪਾਲਾ। ਜਿੱਥੇ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਸਨ, ਉੱਥੇ ਜਾ ਪਹੁੰਚੇ ਭਾਈ ਫਰੰਦਾ ਦੇ ਭਾਈ ਮਰਦਾਨਾ ਜੀ। ਪਦ ਅਰਬਿੰਦ ਆਨੰਦ ਕੰਧ ਕੇ। ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਹੈ, ਜੋ ਆਨੰਦ ਦੇ ਦਾਤੇ ਹਨ। ਬਰਸੇ ਧਰ ਕਰ ਭਾਲਾ। ਭਾਈ ਮਰਦਾਨਾ ਜੀ ਨੇ ਇਸੇ ਤਰ੍ਹਾਂ ਭਾਈ ਫਰੰਦਾ ਜੀ ਨੇ ਜਿਹੜਾ ਹੈ ਆਪਣਾ ਮੱਥਾ ਰੱਖ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਗੁਰੂ ਜੀ ਦੇ ਚਰਨ ਛੋਹੇ ਹੈ। ਨੌਵੇਂ ਦਿਨ ਆਇਓ ਮਰਦਾਨਾ। ਇਸ ਤਰ੍ਹਾਂ ਜੋ ਭਾਈ ਮਰਦਾਨਾ ਸੀ, ਜਿਸ ਦਿਨ ਦਾ ਗੁਰੂ ਜੀ ਤੋਂ ਗਏ ਹੋਏ ਸੀ, ਤੇ ਅੱਜ 9ਵੇਂ ਦਿਨ ਵਾਪਸ ਪਹੁੰਚੇ ਹਨ। ਧਰਿਓ ਰਬਾਬ ਅਗਾਰੀ। ਜਾਂਦਿਆਂ ਜਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ ਰਬਾਬ ਰੱਖ ਦਿੱਤਾ ਹੈ। ਕਮਲ ਬਦਨ ਤੇ ਬਚ ਮਕਰੰਦਾ। ਫਿਰ ਰਬਾਬ ਨੂੰ ਵੇਖ ਕੇ ਜੋ ਕਮਲ ਵਾਲੇ ਮੁਖ ਵਰਗੇ ਸਤਿਗੁਰੂ ਜੀ, ਜਿਨ੍ਹਾਂ ਦੇ ਬਚਨ ਆ ਮਕਰੰਦ ਰਸ ਵਰਗੇ ਹਨ। ਬੋਲੇ ਸ੍ਰੀ ਦੰਬਾਰੀ। ਜੋ ਪਖੰਡ ਦੇ ਵੈਰੀ ਹੈ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਬੋਲੇ ਹਨ। ਬਹੁਤੀ ਬਿਲਮਾ ਲਗਾਈ ਤਹਵਾ। ਇਹ ਭਾਈ ਮਰਦਾਨਾ, ਤੁਸਾਂ ਨੇ ਤੇ ਉਸ ਥਾਂ ਜਾ ਕੇ ਬਹੁਤੀ ਦੇਰੀ ਲਾ ਦਿੱਤੀ, ਬਹੁਤੇ ਦੇਣੀ ਲਾਏ ਹੋ। ਭਈ ਬਾਤ ਕਹਤਾ ਸੇ। ਅੱਜ ਇਸ ਤਰ੍ਹਾਂ ਉੱਥੇ ਗੱਲਬਾਤ ਹੋਈ ਹੈ, ਉਹ ਸਾਰੀ ਆਪਣੇ ਮੁਖੋਂ ਦੱਸ। ਰੱਬ ਜੀ ਭੇਵ ਨਾ ਜਾਣਿਆ ਜਾਈ। ਉਸ ਵਕਤ ਭਾਈ ਮਰਦਾਨਾ ਜੀ ਕਹਿਣ ਲੱਗੇ, ਹੈ ਪ੍ਰਭੂ ਜੀ, ਆਪ ਜੀ ਤੇ ਮਹਾਨ ਹੈ, ਤੁਹਾਡਾ ਭੇਦ ਨਹੀਂ ਜਾਣਿਆ ਜਾਂਦਾ ਸਾਥੋਂ। ਕਹਾਂ ਬਚਨ ਮੈਂ ਕੈਸੇ। ਮੈਂ ਭਲਾ ਕਿਸ ਤਰ੍ਹਾਂ ਜਿਹੜਾ ਤੁਹਾਡੇ ਅੱਗੇ ਆ ਬਚਨ ਕਹਾਂ। ਆਪ ਖੁਦਾਏ ਧਰਤ ਅਵਤਰਿਓ। ਮੈਂ ਤੇਵੇਂ ਜਾਣਦਾ ਹਾਂ, ਸਮਝਿਆ ਹੈ ਕਿ ਜੋ ਖੁਦਾ ਹੈ ਪਰਮੇਸ਼ਰ, ਉਸ ਨੇ ਆਪਣਾ ਆਪ ਆ ਕੇ ਤੁਹਾਡਾ
ਗੁਰੂ ਨਾਨਕ ਸਾਹਿਬ ਰੂਪ ਵਿੱਚ ਅਵਤਾਰ ਧਾਰਨ ਕੀਤਾ ਹੈ। ਅਚਰਜ ਹੇਰਤ ਚਰਤਾ ਆਪ ਜੀ ਦੇ ਜਿਹੜੇ ਕੌਤਕ ਹਨ, ਖੇਲ ਹਨ, ਚਰਤ ਹਨ, ਮਹਾਰਾਜ ਉਹਦੇ ਅਚਰਜ ਹੈਰਾਨ ਜਨ ਕੀ ਦੇਖੇ ਜਾਂਦੇ ਹੈ। ਗਇਓ ਗ੍ਰਾਮ ਮੈਂ ਤੁਮ ਜੋ ਬਤਾਇਓ ਗੁਰੂ ਸਾਹਿਬ ਜੀ ਜੋ ਤੁਸਾਂ ਨੇ ਉਹ ਪਿੰਡ ਦੱਸਿਆ ਸੀ, ਦੋਵਾਂ ਨਦੀਆਂ ਵਿੱਚ ਘਾਰ ਫੇਰੂ, ਮੈਂ ਉੱਥੇ ਗਿਆ ਸੀ। ਭਇਓ ਬਿਆਕੁਲ ਫਿਰਤਾ ਮੈਂ ਤੇ 2 ਦਿਨ ਉੱਥੇ ਫਿਰਦਾ ਫਿਰਦਾ ਵਿਆਕੁਲ ਹੋ ਗਿਆ, ਘਬਰਾਹਟ ਹੋਣ ਲੱਗੀ ਮੈਨੂੰ। ਜੁਗ ਬਾਸੁਰ ਮੈਂ ਗ੍ਰਾਮ ਖੋਜ ਕੈ 2 ਦਿਨ ਸਤਿਗੁਰ ਜੀ ਉਹ ਜਿਹੜਾ ਨਗਰ ਹੈ ਨਾ, ਮੈਂ ਚੰਗੀ ਤਰ੍ਹਾਂ ਹੀ ਉਸ ਨਗਰ ਵਿੱਚ ਭਾਈ ਫਰੰਦੇ ਦਾ ਨਾਮ ਲੈ ਲੈ ਕੇ ਲੱਭ ਕੇ ਢੂੰਡ ਕੇ ਹਟ ਆਵਨ ਕੋ ਤਿਆਰੂ ਜਦੋਂ 2 ਦਿਨ ਮੈਂ ਲੱਭ ਥੱਕ ਗਿਆ, ਅਖੀਰੀ ਮੋੜ ਆਉਣ ਦੀ ਮੈਂ ਤਿਆਰੀ ਕਰ ਲਈ ਵੀ ਇੱਥੇ ਕੁਝ ਨਹੀਂ ਮਿਲਣਾ, ਚਲੋ ਗੁਰੂ ਮਹਾਰਾਜ ਪਾਸ ਹੀ ਚੱਲੀਏ ਵਾਪਸ। ਆਏ ਸੰਤ ਇਹ ਸੰਗ ਜੋ ਮੇਰੇ ਤੇ ਆ ਜੋ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ, ਜਿਹੜੇ ਮੇਰੇ ਨਾਲ ਆ ਸਾਧੂ ਆਏ ਹੋਏ ਐ, ਦੀਨ ਰਬਾਬ ਚਾਰੂ ਇਹਨਾਂ ਨੇ ਆ ਸੋਹਣਾ ਜਿਹੜਾ ਰਬਾਬ ਤੁਹਾਡੇ ਚਰਨਾਂ 'ਚ ਰੱਖਿਆ ਹੈ, ਇਹਨਾਂ ਨੇ ਦਿੱਤਾ ਹੈ ਭੇਟ ਵਜੋਂ। 3 ਦਿਵਸ ਮਹਿ ਪਹੁੰਚਿਓ ਜਾਈ ਰਹੀ ਗੱਲ ਦੇਰ ਦੀ ਤੇ ਗੁਰੂ ਸਾਹਿਬ ਜੀ 3 ਦਿਨਾਂ ਵਿੱਚ ਤੇ ਮੈਂ ਉਹ ਨਗਰ ਵਿੱਚ ਹੀ ਪਹੁੰਚਿਆ ਸੀ। 3 ਦਿਵਸ ਤਹ ਬੀਤੇ 3 ਦਿਨ ਮੈਨੂੰ ਉੱਥੇ ਲੱਗ ਗਏ, 2 ਦਿਨ ਬੀਤ ਕੇ ਲੱਭਦਿਆਂ ਤੀਸਰੇ ਦਿਨ ਮੈਨੂੰ ਮਿਲੇ, ਇਸ ਤਰ੍ਹਾਂ 6 ਦਿਨ ਹੋ ਗਏ। 3 ਦਿਵਸ ਮੈਂ ਮੋਰ ਕਰ ਆਇਓ 3 ਦਿਨ ਹੀ ਵਾਪਸ ਆਉਂਦਿਆਂ ਲਾਗੇ, ਮੁੜਦਿਆਂ ਇਵੇਂ ਮਹਾਰਾਜ ਜੀ 9 ਦਿਨ ਬੀਤ ਗਏ। ਫਿਲਮ ਲੱਗੀ ਇਸ ਰੀਤੇ ਇਸ ਤਰ੍ਹਾਂ ਨਾਲ ਮੈਨੂੰ ਦੇਰੀ ਲੱਗੀ। ਹਾਥ ਬੰਦ ਕਹਿ ਬਚਨ ਫਿਰੰਦਾ ਉਸ ਵਕਤ ਜੋ ਭਾਈ ਫਰੰਦਾ ਨਾਲ ਆਇਆ ਸੀ, ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਨੂੰ, ਆਨੰਦ ਕੰਦ ਸੁਨੀਜੈ ਹੇ ਆਨੰਦ ਦੇ ਬੱਦਲ ਦਾਤੇ ਸਤਿਗੁਰੂ ਜੀ ਮੇਰਾ ਬਚਨ ਸੁਣੀਏ। ਉਦੋਂ ਪੁਚਾਵਨਾ ਇਹ ਰਬਾਬ ਪਰ ਇਹ ਜਿਹੜਾ ਸੋਹਣਾ ਸ੍ਰੇਸ਼ਟ ਚੰਗਾ ਰਬਾਬ ਹੈ, ਇਸ ਨੂੰ ਪਹੁੰਚਾਉਣਾ ਸੀ ਮੈਂ। ਕਿਰਪਾ ਸਿੰਧ ਜੋ ਲੀਜੈ ਇਹ ਕਿਰਪਾ ਦੇ ਸਾਗਰ ਉਹ ਤੁਸੀਂ ਰਬਾਬ ਲੈ ਲਈਏ, ਮੇਰਾ ਇਹੀ ਕੰਮ ਸੀ ਤੁਹਾਡੇ ਪਾਸ ਇਹ ਰਬਾਬ ਪਹੁੰਚਾਉਣਾ। ਦਰਸ਼ਨ ਕੀ ਲਾਲਸ ਥੀ ਮੁਝ ਕੋ ਆਪ ਜੀ ਦੇ ਦਰਸ਼ਨਾਂ ਦੀ ਬੜੀ ਇੱਛਾ ਸੀ ਮੈਨੂੰ। ਹਰਖ ਸਰਸ ਦਰਸਾਇਓ ਤੁਹਾਡਾ ਦਰਸ਼ਨ ਕਰਕੇ ਮਹਾਰਾਜ ਮੈਂ ਤੇ ਬਹੁਤ ਹੀ ਖੁਸ਼ ਹੋਇਆ। ਤੁਹਾਡੇ ਦਰਸ਼ਨ ਕਰਕੇ ਮੇਰਾ ਤੇ ਰੋਮ ਹੀ ਖੜਾ ਹੋ ਗਿਆ ਹੈ। ਮਹਾਰਾਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਦਰਸ਼ਨ ਕਰਕੇ। ਸਭ ਵਿਦ ਜਾਣਾ ਅੰਤਰਜਾਮੀ ਬਾਕੀ ਵੀ ਸਤਿਗੁਰੂ ਜੀ ਮੈਂ ਕੀ ਕਹਿਣਾ ਵੀ ਮੈਂ ਕਿੱਥੋਂ ਆਇਆ ਤੇ ਕੌਣ ਆ, ਸਭ ਤਰ੍ਹਾਂ ਨਾਲ ਤੁਸੀਂ ਜਾਣਦੇ ਹੀ ਹੋ, ਅੰਤਰਜਾਮੀ ਹੋ। ਇਹ ਵਿਦ ਕਹਿਤ ਸਿਧਾਇਓ ਇਸ ਤਰ੍ਹਾਂ ਕਹਿ ਕੇ ਜਿਹੜਾ ਭਾਈ ਫਰੰਦਾ ਉਹ ਚੱਲ ਪਿਆ ਹੈ। ਵਿਦਾ ਕਰਨ ਗਮਨਿਓ ਇੱਧਰ ਵੀ ਚਲੋ ਗੁਰੂ ਸਾਹਿਬ ਜੀ ਕਹਿੰਦੇ ਵੀ ਭਾਈ ਮਰਦਾਨਾ ਤੁਸੀਂ ਵਿਦਾਇਗੀ ਕਰਾਇਓ। ਇਹਨਾਂ ਦੀ ਵਿਦਾ ਕਰਨ ਵਾਸਤੇ ਭਾਈ ਮਰਦਾਨਾ ਚੱਲ ਪਿਆ ਹੈ। ਮਰਦਾਨਾ ਭਇਓ ਅਦ੍ਰਿਸ਼ੰ ਸੋ ਭਾਈ ਮਰਦਾਨਾ ਵਿਦਾ ਕਰਨ ਗਮਣਿਓ ਮਰਦਾਨਾ। ਭਾਈ ਮਰਦਾਨਾ ਜੀ ਚੱਲ ਪਏ ਆ ਵਿਦਾ ਕਰਨ ਵਾਸਤੇ। ਭਇਓ ਅਦ੍ਰਿਸ਼ੰ ਸੋ ਜੋ ਭਾਈ ਫਰੰਦਾ ਹੈ ਇਹ ਤੇ ਵਿਦਾ ਕਰਨ ਚੱਲੇ ਨਾਲ, ਪਰ ਉੱਥੇ ਉਹ ਗੁਪਤ ਹੋ ਗਏ ਹਨ। ਕਿਤ ਕੋ ਗਇਓ ਨਾ ਜਾਣਿਓ ਤਿਹ ਸ਼ਨਾ ਜੋ ਭਾਈ ਮਰਦਾਨਾ ਨਾਲ ਗਏ ਹੈ ਉਸ ਵਕਤ ਕੁਝ ਨਹੀਂ ਜਾਣਿਆ ਵੀ ਕਿੱਧਰ ਵੱਲ ਚਲੇ ਗਏ ਹਨ। ਹੇਰਤ ਬਿਸਮੈ ਹੋ ਵੇਖ ਵੇਖ ਕੇ ਤੇ ਬੜਾ ਹੈਰਾਨ ਹੋ ਰਿਹਾ ਭਾਈ ਮਰਦਾਨਾ ਵੀ ਆ ਹੁਣੇ ਤੇ ਮੇਰੇ ਨਾਲ ਚੱਲ ਰਹੇ ਸੀ, ਏਡੀ ਛੇਤੀ ਗੁਪਤ ਕਿਵੇਂ ਹੋ ਗਏ ਹਨ। ਹਿਰਦੇ ਵਿਚਾਰ ਕਰਤ ਭਾਵ ਬਹੁ ਵਿਦ ਹਿਰਦੇ ਵਿੱਚ ਬਹੁਤ ਹੀ ਵਿਚਾਰਾਂ ਕਰਦੇ ਹਨ। ਭਇਓ ਨਾ ਨੈਣ ਬਹੀਨਾ ਕਹਿੰਦਾ ਵੀ ਕਿਤੇ ਮੈਂ ਅੱਖਾਂ ਤੋਂ ਬਿਨਾਂ ਤੇ ਨਹੀਂ ਹੋ ਗਿਆ, ਜਾਂ ਮੇਰੇ ਅਭੀ ਅੱਖਾਂ ਨੇ ਨਹੀਂ ਦੇਖਿਆ ਉਹਨਾਂ ਨੂੰ,
ਹੁਣੇ ਹੁਣੇ ਮੇਰੇ ਨਾਲ ਸਨ। ਇਸ ਤਰ੍ਹਾਂ ਕਿਵੇਂ ਹੋ ਸਕਦਾ ਵੀ ਉਹ ਦਿਖਣ ਹੀ ਨਾ, ਕਿ ਮੈਂ ਅੱਖਾਂ ਤੋਂ ਬਿਨਾਂ ਹੋ ਗਿਆ, ਜਾਂ ਮੇਰੇ ਨੇਤਰ ਜਿਹੜੇ ਉਹ ਕੰਮ ਹੀ ਨਹੀਂ ਕਰਦੇ। ਮੋਰ ਢਿਗ ਤੇ ਦੁਰ ਸ਼ਰ ਸਾ ਕਰਗਾ। ਆ ਛਲ ਜਿਹਾ ਕਰ ਗਿਆ ਹੈ, ਮੇਰੇ ਕੋਲ ਹੀ ਤੇ ਖੜਾ ਸੀ, ਛੁਪ ਗਿਆ ਹੈ। ਭੇਦ ਨਾ ਤਿਹ ਕੋ ਚੀਨਾ। ਉਸ ਦਾ ਜਿਹੜਾ ਮੈਂ ਭੇਦ ਹੀ ਨਹੀਂ ਜਾਣਿਆ ਵੀ ਇਹ ਕੀ ਗੱਲਬਾਤ ਹੋ ਗਈ ਇੰਨੀ ਛੇਤੀ। ਆਇਓ ਜਬ ਬੂਝਿਓ ਸ੍ਰੀ ਨਾਨਕ। ਇਸ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰਕੇ ਭਾਈ ਮਰਦਾਨਾ ਜੀ ਜਦੋਂ ਵਾਪਸ ਆਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਹੈ। ਕਹ ਲੋ ਜਾਏ ਪੁਚਾਇਓ। ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਵੀ ਭਾਈ ਮਰਦਾਨਾ ਜੀ, ਭਲਾ ਜੋ ਭਾਈ ਫਰੰਦਾ ਨੂੰ ਤੁਸੀਂ ਛੱਡਣ ਗਏ ਸੀ, ਕਿੱਥੋਂ ਤੱਕ ਪਹੁੰਚਾ ਕੇ ਆਏ ਹੋ? ਮੋਰ ਢਿਗ ਤੇ ਦੁਰ ਦੀਸਿਓ ਨਾਹੀ। ਮਹਾਰਾਜ ਕੀ ਦੱਸਾਂ, ਮੇਰੇ ਕੋਲ ਹੀ ਸਨ, ਛੁਪ ਗਿਆ, ਕਿਤੇ ਦਿਸੇ ਨਹੀਂ ਵੀ ਕਿੱਧਰ ਚਲੇ ਗਏ ਹਨ। ਹੀਰਤ ਅਚਰਜ ਆਇਓ। ਮੈਂ ਤੇ ਆਸ਼ਚਰਜੀ ਜਿਹੜਾ ਵੇਖਿਆ ਹੈ, ਆਸ਼ਚਰਜੀ ਵੇਖ ਕੇ ਆਇਆ, ਮੈਨੂੰ ਕੁਝ ਸਮਝ ਨਹੀਂ ਆਈ। ਕਹਿ ਕਰ ਬੈਸ ਗਇਓ ਮਰਦਾਨਾ। ਇਸ ਤਰ੍ਹਾਂ ਕਹਿ ਕਰਕੇ ਭਾਈ ਮਰਦਾਨਾ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬੈਠ ਗਏ। ਬੂਝਣ ਲੱਗਾ ਦਇਆਲਾ। ਜੋ ਦਿਆਲੂ ਕਿਰਪਾਲੂ ਗੁਰੂ ਸਾਹਿਬ ਜੀ ਹੈ, ਉਹਨਾਂ ਤੋਂ ਪੁੱਛਣ ਲੱਗੇ ਹਨ, ਤੋ ਕੌਣ ਇਹ ਮਾਨਵ ਸੁਆਮੀ। ਹੇ ਸੁਆਮੀ ਪਰਮੇਸ਼ਰ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਭਲਾ ਜਿਹੜਾ ਮਨੁੱਖ ਸੀ ਇਹ ਕੌਣ ਸੀ? ਜਾਹੇ ਸੁਭਾਏ ਰਸਾਲਾ। ਜਿਸ ਦਾ ਸੁਭਾਅ ਬੜਾ ਜਿਹੜਾ ਸੁੰਦਰ ਸੋਹਣਾ ਸੀ। ਅਪਰ ਨਰ ਨਾ ਸੀਆਂ ਕੀ ਗਤ ਨਹਿ। ਕਿਉਂਕਿ ਜਿਹੜੇ ਹੋਰ ਲੋਕਾਂ ਦੀ ਜਿਵੇਂ ਰੀਤੀ ਹੁੰਦੀ, ਉਸ ਤਰ੍ਹਾਂ ਹੋਰਾਂ ਲੋਕਾਂ ਵਰਗੀ ਤੇ ਇਸ ਦੀ ਰੀਤੀ ਨਹੀਂ ਸੀ ਵੇਖੀ ਜਾ ਰਹੀ। ਰੁਚਰ ਰੂਪ ਦੁਤਵਾਨਾ। ਉਸ ਦਾ ਜਿਹੜਾ ਸਰੂਪ ਸੀ ਉਹ ਵੀ ਬੜਾ ਸੋਭਾ ਵਾਲਾ ਤੇ ਸੋਹਣਾ ਸੀ। ਬਹਰ ਰਬਾਬ ਪਾਇਨ ਦੀਨਾ। ਫਿਰ ਵੇਖ ਲੋ, ਨਾ ਜਾਣਦੇ ਨਾ ਪਹਿਚਾਣਦੇ, ਤੇ ਜਿਹੜਾ ਰਬਾਬ ਹੈ ਉਹ ਵੀ ਤੁਹਾਨੂੰ ਭੇਟਾਂ ਵਜਾਈ ਦੇ ਦਿੱਤਾ ਹੈ। ਸੁਭਗ ਅਲੌਕਿਕ ਆਨਾ। ਬੜਾ ਜਿਹੜਾ ਸੋਹਣਾ ਤੇ ਆਸ਼ਚਰਜੀ ਇਹ ਰਬਾਬ ਸੋਹਣਾ ਲੈ ਕੇ ਆਇਆ ਹੈ ਉਹ। ਦੀਨਾਨਾਥ ਕਥਾ ਯਹ ਗਾਥਾ। ਇਹ ਗਰੀਬਾਂ ਦੇ ਮਾਲਕ ਮਹਾਰਾਜ ਜੀ, ਜਿਹੜੀ ਇਹ ਸਾਰੀ ਕਥਾ ਹੈ ਨਾ, ਗੱਲਬਾਤ, ਉਹ ਆਪ ਜੀ ਮੈਨੂੰ ਦੱਸੋ। ਭਇਓ ਜੇ ਅੰਤਰ ਧਿਆਨਾ। ਜਿਵੇਂ ਗੁਰੂ ਸਾਹਿਬ ਜੀ ਉਹ ਮੇਰੇ ਨਾਲ ਗਏ ਤੇ ਅੰਤਰ ਧਿਆਨ ਹੋ ਗਿਆ, ਅਲੋਪ ਹੋ ਗਏ ਹੈ, ਉਹ ਸਾਰੀ ਗੱਲਬਾਤ ਮੈਨੂੰ ਦਸੀਏ। ਸ਼ਕਤਵਾਨ ਪਿਖ ਬਿਸਮੈ ਮੁਝ ਮਨ। ਉਹ ਤੇ ਬੜਾ ਸ਼ਕਤੀਆਂ ਵਾਲਾ ਮੈਂ ਵੇਖਿਆ ਹੈ, ਮੇਰਾ ਤੇ ਮਨ ਹੈਰਾਨ ਹੋ ਰਿਹਾ ਹੈ। ਸੁਨ ਸ੍ਰੀ ਗੁਰੂ ਬਖਾਨਾ। ਸੁਣ ਕੇ ਸੋਭਾ ਵਾਲੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੋ ਸੰਤ ਗੰਧਰਵਨ ਮਾਹੀ। ਹੈ ਵੀ ਭਾਈ ਮਰਦਾਨੇ, ਜਿਹੜੇ ਰਾਗੀਆਂ ਦੇ ਦੇਵਤੇ ਨਾ ਗੰਧਰਵ, ਉਹਨਾਂ ਵਿੱਚੋਂ ਹੀ ਇਹ ਸਾਧੂ ਸੀ। ਜਿਹ ਹਰ ਕੀਰਤ ਪਿਆਰੀ। ਇਹ ਆਮ ਮਨੁੱਖ ਨਹੀਂ ਸੀ ਕਿ ਕਿਸੇ ਦੁਨੀਆ ਦੇ ਮੰਡਲ ਵਿੱਚੋਂ, ਸੰਸਾਰ ਵਿੱਚੋਂ ਸੀ, ਉੱਥੋਂ ਨਹੀਂ ਹੈ। ਜੋ ਸਵਰਗਪੁਰੀ ਵਿੱਚ ਗੰਧਰਵ ਹੈ ਨਾ, ਦੇਵਤਿਆਂ ਦੇ ਰਾਗੀ, ਉਹਨਾਂ ਵਿੱਚੋਂ ਹੀ ਸਾਧੂ ਸੀ। ਜਿਸ ਇਸ ਫਰੰਦੇ ਸਾਧੂ ਨੂੰ ਹਰੀ ਪਰਮੇਸ਼ਰ ਦੀ ਕੀਰਤੀ ਵਡਿਆਈ ਬੜੀ ਪਿਆਰੀ ਸੀ। ਨਿਸ ਦਿਨ ਰਹਿਤ ਪ੍ਰੇਮ ਰੰਗ ਰਾਤਾ। ਇਹ ਰਾਤ ਦਿਨ ਹਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ। ਮਿਹਰ ਬਾਬ ਕਰ ਧਾਰੀ। ਰਾਤ ਦਿਨ ਪ੍ਰੇਮ ਵਿੱਚ ਰੰਗਿਆ ਰਹਿੰਦਾ ਸੀ। ਇਹ ਜਿਹੜਾ ਰਬਾਬ ਹੈ ਹੱਥ ਵਿੱਚ ਲੈ ਕਰਕੇ, ਚਿਰਨ ਕਾਲ ਕੀ ਚਾਹੇ ਹੁਤੀ ਮਾਨਾ। ਇਸ ਦੇ ਬਹੁਤ ਲੰਮੇ ਸਮੇਂ ਤੋਂ ਮਨ ਵਿੱਚ ਚਾਹਨਾ ਸੀ ਕਿ ਸਾਨੂੰ ਰਬਾਬ ਦੇਣ ਦੀ। ਬਾਦਿਤ ਦੇਣ ਰਸਾਲਾ। ਇਹ ਜਿਹੜਾ ਸੋਹਣਾ ਰਬਾਬ ਹੈ, ਇਸ ਨੂੰ ਦੇਣ ਵਾਸਤੇ ਬੜੇ ਲੰਮੇ ਸਮੇਂ ਦੀ ਇਸ ਫਿਰੰਦੇ ਦੀ
ਚਾਹਨਾ ਇੱਛਾ ਹੈ ਸੀ। ਸੋ ਅਬ ਦਇਓ ਬਜਾਵੋ ਲੈ ਕਰ। ਇਸ ਕਰਕੇ ਹੈ ਭਾਈ ਮਰਦਾਨਾ ਜੀ, ਉਹ ਉਸਨੇ ਸਾਨੂੰ ਦੇ ਦਿੱਤਾ ਰਬਾਬ। ਹੁਣ ਤੁਸੀਂ ਬੇਫਿਕਰ ਹੋ ਕੇ ਉਹ ਰਬਾਬ ਵਜਾਓ। ਬਿਲਮ ਨਾ ਕਰ ਦਰਹਾਲਾ। ਤੇ ਆ ਜਿਹੜੀ ਦੇਰੀ ਨਾ ਕਰੋ, ਬਹੁਤ ਛੇਤੀ ਵਜਾਉਣਾ ਕਰੋ। ਆਇਸ ਮਾਨ ਲਇਓ ਮਰਦਾਨੇ। ਉਸ ਵਕਤ ਸੁਣਦਿਆਂ ਸਾਰੇ ਭਾਈ ਮਰਦਾਨੇ ਜੀ ਨੇ ਗੁਰੂ ਸਾਹਿਬ ਜੀ ਦੀ ਝਟਪਟ ਹੀ ਜਿਹੜੀ ਆਗਿਆ ਮੰਨ ਲਈ ਹੈ। ਕਰਨ ਲੱਗਿਓ ਤਬ ਸੁਰ ਕੋ। ਰਬਾਬ ਨੂੰ ਹੱਥਾਂ ਵਿੱਚ ਲੈ ਲਿਆ ਹੈ ਤੇ ਸੁਰਾਂ ਵਿੱਚ ਕਰਨ ਲੱਗੇ ਹੈ। ਤਾਰਾਂ ਜੀਆਂ ਇੱਧਰ ਉੱਧਰ ਖੜਕਾਉਣ ਲੱਗੇ ਹਨ। ਸ੍ਰੀ ਗੁਰ ਭਨਿਓ ਬਨਹਿ ਸੁਰ ਆਪੇ। ਗੁਰੂ ਸਾਹਿਬ ਜੀ ਕਿਹਾ ਹੈ ਭਾਈ ਮਰਦਾਨਾ ਜੀ, ਰਬਾਬ ਦੀਆਂ ਤਾਰਾਂ ਨੂੰ ਨਾ ਛੇੜੋ, ਇਹ ਆਪੇ ਹੀ ਸੁਰ ਵਿੱਚ ਬਣ ਜਾਵੇਗਾ। ਇਹਦੇ ਆਪੇ ਹੀ ਸੁਰ ਬਣ ਜਾਣਗੇ, ਹੋ ਜਾਵੇਗਾ ਸੁਰ ਵਿੱਚ। ਵਾਵਹੁ ਬਿਲਮ ਨਾ ਕਰ ਕੋ। ਦੇਰੀ ਨਾ ਕਰੋ, ਇਸ ਰਬਾਬ ਨੂੰ ਵਜਾਓ ਤੁਸੀਂ। ਸੁਨਤ ਵਜਾਇਓ ਤਿਹ ਤਤਕਾਲਾ। ਉਸ ਸਮੇਂ ਬੜੀ ਛੇਤੀ ਨਾਲ ਹੀ ਸੁਣਦਿਆਂ ਸਾਰ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ ਹੈ। ਸੁਰ ਬਨਗਾ ਤਬ ਆਪੇ। ਗੁਰੂ ਸਾਹਿਬ ਜੀ ਦੀ ਐਸੀ ਕਿਰਪਾ ਵਰਤੀ ਹੈ, ਜਿਹੜਾ ਉਹ ਰਬਾਬ ਹੈ ਸੁਰ ਵਿੱਚ ਆਪੇ ਹੀ ਹੋ ਗਿਆ ਹੈ। ਉਹਦੇ ਆਪਣੇ ਆਪ ਹੀ ਸੁਰ ਨਿਕਲਣ ਲੱਗ ਪਏ ਹਨ। ਐਸੀ ਬਾਤ ਨਾ ਅਚਰਜ ਤਾ ਕੋ। ਇਹ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਐਸੀ ਦੀ ਗੱਲ ਕੋਈ ਅਚਰਜ ਨਹੀਂ ਹੈ ਵੀ ਜਿਹੜੀ ਹੋ ਨਾ ਸਕੇ। ਜਾਹੇ ਸੁਰਾਸੁਰ ਥਾਪੇ। ਜਿਸ ਗੁਰੂ ਮਹਾਰਾਜ ਜੀ ਨੇ ਆ ਦੇਵਤੇ ਤੇ ਦੈਂਤ ਥਾਪੇ ਸਥਿਤ ਕੀਤੇ ਹੋਏ ਹੈ, ਤੇ ਭਲਾ ਰਬਾਬ ਕੀ ਹੈ ਕਿ ਜਿਹੜਾ ਉਹ ਆਪਣੇ ਆਪ ਵਿੱਚ ਸੁਰ ਨਾ ਹੋਵੇ। ਗੁਰੂ ਜੀ ਦੇ ਬਚਨਾਂ ਨਾਲ ਕਰਨ ਹਾਰ ਕੋ ਕਿਛ ਅਚਰਜ ਨਾਹੀਂ। ਉਹ ਮਹਾਰਾਜ ਨੂੰ ਕੋਈ ਹੈਰਾਨੀ ਵਾਲੀ ਗੱਲ ਨਹੀਂ। ਉਹ ਤੇ ਨਦਰੋਂ ਪੱਠੇ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਮੇਰ ਹੋਵੇ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਜੇ ਆਪਣੀ ਗੁਰੂ ਜੀ ਦੀ ਮਰਜ਼ੀ ਹੋਵੇ, ਕੀੜੇ ਨੂੰ ਪਾਤਸ਼ਾਹੀ ਦੇ ਦਿੰਦਾ ਹੈ ਤੇ ਜਿਹੜੀਆਂ ਪਾਤਸ਼ਾਹੀਆਂ ਦੇ ਲਸ਼ਕਰ ਉਹਨਾਂ ਨੂੰ ਸੁਆਹ ਕਰਕੇ ਰੱਖ ਦਿੰਦਾ ਹੈ, ਰਾਜਿਆਂ ਨੂੰ ਘੁਆ ਖਵਾ ਦਿੰਦਾ ਹੈ। ਐਸੀ ਦੀ ਮਰਜ਼ੀ ਹੈ, ਕਿਉਂਕਿ ਕਰਨ ਹਾਰ ਕੋ ਕਿਛ ਅਚਰਜ ਨਾਹੀਂ। ਕਰਨ ਵਾਲੇ ਪਰਮੇਸ਼ਰ ਨੂੰ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਸਾਰੇ ਜਿਹੜੇ ਕੰਮ ਹੈ, ਸਾਰੇ ਜਿਹੜੇ ਕਿਰਤਾਂ ਕਮਾਈਆਂ ਹਨ, ਉਸਨੇ ਕੀਤੀਆਂ ਹੋਈਆਂ। ਠੀਕ ਹੈ ਕਿ ਉਹ ਪਰਮੇਸ਼ਰ ਸ਼ਾਂਤ ਚਿੱਤ ਰਹਿੰਦਾ ਹੈ, ਜਿਹਦੇ ਕਰਕੇ ਸਾਨੂੰ ਲੱਗਦਾ ਵੀ ਪਰਮੇਸ਼ਰ ਹੈ ਨਹੀਂ ਹੈ, ਗੁਰੂ ਹੈ ਨਹੀਂ ਹੈ, ਕਰ ਨਹੀਂ ਸਕਦੇ ਕੁਝ ਮੈਨੂੰ। ਕਿਉਂਕਿ ਵਾਦ ਵਿਵਾਦ ਬਹੁਤ ਲੋਕ ਕਰਦੇ ਆਏ ਕਰ ਰਹੇ ਹਨ। ਉਹੀ ਸੋਚਦੇ ਵੀ ਸਾਨੂੰ ਕੁਝ ਹੋਣਾ ਨਹੀਂ ਹੈ, ਸਾਨੂੰ ਕੁਝ ਹੱਥ ਨਹੀਂ ਲਾ ਸਕਦਾ, ਕੋਈ ਕਹਿ ਨਹੀਂ ਸਕਦਾ। ਪਰ ਮਹਾਰਾਜ ਸਦਾ ਹੀ ਵਹਿੰਦੇ ਰਹਿੰਦੇ ਹੈ। ਜਿਵੇਂ ਘੜਾ ਪਾਣੀ ਦਾ ਭਰ ਜੇ ਤੇ ਉਹ ਬਾਅਦ ਵਿੱਚ ਡੋਲਣ ਲੱਗ ਪੈਂਦਾ ਹੈ। ਜਦੋਂ ਪਾਪਾਂ ਰੂਪੀ ਘੜਾ ਬੇਅੰਤੀ ਭਰ ਜਾਂਦਾ ਹੈ, ਫਿਰ ਉਹ ਡੁੱਲਣਾ ਸ਼ੁਰੂ ਹੋ ਜਾਂਦਾ ਹੈ। ਉਸ ਪਰਮੇਸ਼ਰ ਦਾ ਜੋ ਨਾਮ ਹੀ ਨਿਰਵੈਰ ਪਾਇਆ ਹੋਇਆ ਹੈ ਕਿ ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਇਸੇ ਕਰਕੇ ਤੋਂ ਫਟਾਫਟ ਕਿਸੇ ਨੂੰ ਖਤਮ ਨਹੀਂ ਕਰਦਾ ਹੈ, ਫਟਾਫਟ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਹੈ। ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਕਰਮ ਵਿਧਾਤਾ ਹੈ, ਕਰਮਾਂ ਦਾ ਫਲ ਵਰਦਾਤਾ। ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਦੁੱਖ ਪਾਲਾਂਗੇ, ਜਿਹਦੇ ਕਰਕੇ ਉਹ ਪਰਮੇਸ਼ਰ ਕਰਮਾਂ ਦੇ ਹਿਸਾਬ ਨਾਲ ਸਾਨੂੰ ਆਪਣੇ ਆਪ ਹੀ ਦੁੱਖ ਸੁੱਖ ਮਿਲੀ ਜਾਂਦਾ ਹੈ। ਉਹਦਾ ਕੋਈ ਲਿੰਕ ਹੀ ਨਹੀਂ ਹੈ ਮਹਾਰਾਜ ਦਾ ਵੀ ਸਾਨੂੰ ਤੰਗ ਕਰ ਦੇਵੇ, ਸਾਨੂੰ ਪਰੇਸ਼ਾਨ ਕਰ ਦੇਵੇ। ਉਹ ਨਿਰਲੇਪ ਹੈ ਮਹਾਰਾਜ, ਕਰਮਾਂ ਦਾ ਫਲ ਵਰਦਾਤਾ ਹੈ। ਜਿਹੋ ਜਿਹਾ ਕਰਾਂਗੇ ਉਹੋ ਜਿਹਾ ਭਰਾਂਗੇ। ਇਹ ਤਾਂ ਪ੍ਰਤਾਖੀ ਪ੍ਰਮਾਣ ਹੈ, ਜੋ ਆਪਾਂ ਕਰਦੇ ਹਾਂ ਸਾਨੂੰ ਭੋਗਣਾ ਪੈਂਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਕਈ ਇਹ ਵੀ ਗੱਲ ਕਹਿ ਦਿੰਦੇ ਹੈ ਵੀ ਅੱਗੇ ਕਰਮ ਕਿਹਨੇ ਵੇਖੇ ਹੈ, ਪਰ ਅਸੀਂ ਆਮ ਹੀ ਅਸੀਂ ਸੁਣਦੇ ਰਹਿੰਦੇ ਹਾਂ। ਜਦੋਂ ਕੋਈ ਦੁਖੀ ਹੁੰਦਾ ਤਾਂ ਉਹ ਪੁਕਾਰ ਕੇ ਕਹਿੰਦਾ ਲੋਕਾਂ ਵਿੱਚ, ਮੇਰੇ ਮਾੜੇ ਕਰਮ ਹੀ ਮੇਰੇ ਅੱਗੇ ਆ ਗਏ। ਜਦੋਂ ਉਹਨੂੰ ਪਤਾ ਹੈ ਵੀ ਕਰਮ ਅੱਗੇ ਕਿਹਨੇ ਵੇਖੇ, ਫਿਰ ਉਹ ਮਨੁੱਖ ਕਹਿ ਨਹੀਂ ਸਕਦਾ। ਕਿਉਂਕਿ ਜਿਹੜਾ ਮਨ ਹੈ ਕਦੀ ਮਰਦਾ ਨਹੀਂ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਮਨ ਨਹੀਂ ਮਰਦਾ ਹੈ, ਬੁੱਧ ਨਹੀਂ ਮਰਦੀ ਹੈ, ਪੰਜ ਪ੍ਰਾਣ ਨਹੀਂ ਮਰਦੇ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਸੂਖਮ ਸਰੀਰ ਨਹੀਂ ਮਰਦਾ ਹੈ।
ਜਿਹਦੇ ਕਰਕੇ ਜਨਮਾਂ ਜਨਮਾਂਤਰਾਂ 'ਚ ਫਿਰ ਫਿਰ ਕੇ ਆਉਂਦਾ ਹੈ। ਇਸ ਮਨ ਨੂੰ ਸਾਰਾ ਹੀ ਪਤਾ ਹੁੰਦਾ ਹੈ, ਤਾਂ ਹੀ ਤੇ ਮਨ ਗੱਲ ਮੂੰਹੋਂ ਕਢਾਉਂਦਾ ਹੈ, ਮੇਰੇ ਮਾੜੇ ਕਰਮ ਹੀ ਮੇਰੇ ਅੱਗੇ ਆ ਗਏ ਹੈ। ਇਸ ਤਰ੍ਹਾਂ ਸਾਧ ਸੰਗਤ ਜੋ ਪਰਮੇਸ਼ਰ ਨਿਰਵੈਰ ਹੈ, ਉਹ ਜਿਹਦੇ ਕਰਕੇ ਸਾਨੂੰ ਸਜ਼ਾ ਨਹੀਂ ਦਿੰਦਾ, ਨਹੀਂ ਤੇ ਲੋਕ ਤੇ ਬਹੁਤ ਕਿੰਤੂ ਪਰੰਤੂ ਮਹਾਰਾਜ ਜੀ ਤੇ ਕਰੀ ਜਾਂਦੇ ਹਨ। ਗੁਰੂ ਸਾਹਿਬ ਜੀ ਦੀ ਇਹ ਵਡਿਆਈ, ਕਿਉਂਕਿ ਨਿਰਵੈਰ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਗੁਰੂ ਜੀ ਦਾ ਸੁਭਾਅ ਹੈ। ਬਾਕੀ ਸਾਨੂੰ ਕਰਮਾਂ ਨਾਲ ਫਲ ਤੇ ਮਿਲਣਾ ਹੀ ਮਿਲਣਾ, ਜੇ ਮਾੜਾ ਕਰਾਂਗੇ ਤਾਂ ਮਾੜਾ ਮਿਲਣਾ ਹੀ ਮਿਲਣਾ, ਅੱਜ ਨਹੀਂ ਕੱਲ੍ਹ ਨੂੰ ਦਿਨ ਹਟ ਕੇ ਮਿਲ ਜਾਣਾ ਹੈ। ਇਹ ਤੇ ਕੁਦਰਤੀ ਜੁਗਾਂ ਜੁਗਾਂ ਦੀਆਂ ਕਥਾਵਾਂ ਹੈ। ਅਤਿਆਚਾਰ ਸਾਲਾਂ ਬੱਧੀ ਹੁੰਦੇ ਰਹਿੰਦੇ ਹੈ, ਜਿੱਦਣ ਅੰਤ ਹੁੰਦਾ ਤੇ ਉਹ ਥੋੜ੍ਹੇ ਦਿਨਾਂ 'ਚ ਹੀ ਹੋ ਜਾਂਦਾ ਹੈ। ਝੂਠ ਬਹੁਤ ਲੰਮੇ ਲੰਮੇ ਸਮੇਂ ਚੱਲਦਾ ਰਹਿੰਦਾ ਹੈ, ਪਰ ਜਿਹੜਾ ਸੱਚ ਹੈ ਉਹ ਇੱਕ ਦਿਨ ਵਿੱਚ ਹੀ ਸਭ ਖਤਮ ਕਰਕੇ ਰੱਖ ਦਿੰਦਾ ਹੈ। ਇਹ ਸ਼ਕਤੀ ਹੈ ਸੱਚ ਦੀ। ਅਤਿਆਚਾਰ ਦੀ ਕੋਈ ਸ਼ਕਤੀ ਨਹੀਂ ਹੈ, ਤਾਂ ਉਹ ਜ਼ਿਆਦਾ ਚਿਰ ਚੱਲਦਾ ਹੈ। ਜਿਹੜਾ ਸੱਚ ਹੈ ਉਹ ਥੋੜ੍ਹਾ ਚਿਰ ਚੱਲਦਾ ਹੈ, ਕਿਉਂਕਿ ਉਹ 'ਚ ਸ਼ਕਤੀ ਜ਼ਿਆਦਾ ਹੈ। ਇਹ ਗੁਰੂ ਸਾਹਿਬ ਜੀ ਦੇ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇੱਥੇ ਕਵੀ ਸਾਹਿਬ ਜੀ ਲਿਖ ਰਹੇ ਹੈ ਕਿ ਭਾਈ ਮਰਦਾਨਾ ਜੀ ਨੂੰ ਰਬਾਬ ਨਹੀਂ ਵਜਾਉਣਾ ਆਉਂਦਾ, ਭਾਵੇਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਉਹ ਰਬਾਬ ਵਜਾਉਣ ਲੱਗੇ ਭਾਈ ਮਰਦਾਨਾ ਜੀ, ਰਬਾਬ ਆਪਣੇ ਆਪ ਹੀ ਸੁਰ ਵਿੱਚ ਹੋ ਗਿਆ ਹੈ। ਹੇ ਭਾਈ, ਵੀ ਜਿਹੜਾ ਰਬਾਬ ਆਪਣੇ ਆਪ ਹੀ ਸੁਰ ਵਿੱਚ ਹੋ ਗਿਆ, ਕੋਈ ਸਿੱਖਿਆ ਨਹੀਂ ਹੈ, ਬੜਾ ਸੋਹਣਾ ਵੱਜ ਰਿਹਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਜੀ ਮਹਾਨ ਹੈ। ਕਰਨ ਹਾਰ ਕੋ ਕਿਸੇ ਅਚਰਜ ਨਾਹੀਂ। ਉਹ ਜਿਸ ਪਰਮੇਸ਼ਰ ਨੇ ਸਭ ਕੁਝ ਕੀਤਾ ਹੋਇਆ, ਉਹਦੇ ਵਾਸਤੇ ਭਾਈ ਕੀ ਹੈਰਾਨੀ ਵਾਲੀ ਗੱਲ ਵੀ ਆ ਬਚਨ ਕਿਹਾ ਤੇ ਪੂਰਾ ਹੋ ਗਿਆ। ਉਹਦੇ ਪਰਮੇਸ਼ਰ ਸਭ ਕੁਝ ਹੀ ਸੱਚ ਹੀ ਸੱਚ ਕਰੀ ਜਾ ਰਿਹਾ ਹਰ ਵਕਤ। ਭਈ ਆਵਾਜ਼ ਤੋਹੀ ਨਿਰੰਕਾਰਾ। ਉਸ ਵਕਤ ਆਵਾਜ਼, ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਛੇੜਿਆ, ਉਹਦੇ ਵਿੱਚੋਂ ਆਵਾਜ਼ ਹੋਈ ਹੈ, ਹੇ ਗੁਰੂ ਨਾਨਕ ਸਾਹਿਬ, ਤੂੰ ਹੀ ਨਿਰੰਕਾਰ ਹੈ। ਨਿਰੰਕਾਰ ਕਰਤਾਰਾ। ਹੇ ਗੁਰੂ ਨਾਨਕ ਸਾਹਿਬ, ਤੂੰ ਹੀ ਨਿਰੰਕਾਰ ਹੈ, ਤੂੰ ਹੀ ਕਰਤਾਰ ਹੈ। ਰਬਾਬ ਵਿੱਚੋਂ ਆਵਾਜ਼ ਆ ਰਹੀ ਹੈ। ਇਹ ਪਿਛੇ ਸ੍ਰੀ ਨਾਨਕ ਬਿਨਤੀ। ਉਸ ਪਿੱਛੋਂ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੇਨਤੀਆਂ ਹੋ ਰਹੀਆਂ ਰਬਾਬ ਦੇ ਰਾਹੀਂ ਕਿ ਹੇ ਗੁਰੂ ਨਾਨਕ ਸਾਹਿਬ, ਧੰਨ ਹੈ ਤੂੰ, ਧੰਨ ਤੂੰ ਹੀ ਨਿਰੰਕਾਰ, ਧੰਨ ਤੂੰ ਹੀ ਕਰਤਾਰ ਹੈ। ਹੋਵਹਿ ਤਾਰ ਮਝਾਰਾ। ਉਹ ਰਬਾਬ ਦੀਆਂ ਤਾਰਾਂ ਵਿੱਚੋਂ ਇਹੋ ਜਿਹੀ ਆਵਾਜ਼ ਹੋ ਰਹੀ ਹੈ, ਧੰਨ ਤੂੰ ਹੀ ਨਿਰੰਕਾਰ, ਧੰਨ ਤੂੰ ਹੀ ਕਰਤਾਰ ਹੈ। ਗੁਰੂ ਨਾਨਕ ਸਾਹਿਬ ਜੀ ਭਏ ਪ੍ਰੇਮ ਮੈਂ ਪਸ ਪੰਛੀ ਸਭ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਛੇੜਿਆ, ਸੁਰ ਵਿੱਚ ਹੋਇਆ ਹੈ, ਉਸ ਵਕਤ ਕਹਿੰਦੇ ਜੰਗਲ ਵਿੱਚ ਜਿੰਨੇ ਪਸ਼ੂ ਪੰਛੀ ਸਨ ਉਹ ਪ੍ਰੇਮ ਵਿੱਚ ਹੋ ਗਏ। ਮੋਹੇ ਮਨ ਉਦਿਆਨਾ। ਜੰਗਲ ਦੇ ਵਿੱਚ ਰਹਿਣ ਵਾਲੇ ਪਸ਼ੂ ਪੰਛੀਆਂ ਰੁੱਖਾਂ ਦੇ ਸਾਰਿਆਂ ਦੇ ਮਨ ਹੀ ਮੋਹੇ ਗਏ। ਤਰਵਰ ਤੇ ਰਸ ਨਿਚੰਤਰ ਲਾਗਿਓ। ਤਰਵਰ ਤੇ ਰਸ ਨਿਚਰਨ ਲੱਗਿਓ। ਜਿਹੜੇ ਰੁੱਖ ਸਨ ਉਹਨਾਂ ਤੋਂ ਵੀ ਜਿਹੜਾ ਰਸ ਹੈ ਉਹ ਚੋਣ ਲੱਗ ਪਿਆ। ਵਿਸਰਾ ਸਭਨ ਆਪਾਨਾ। ਸਭ ਨੂੰ ਆਪਣਾ ਆਪ ਹੀ ਭੁੱਲ ਗਿਆ ਹੈ, ਸਭ ਜਾੜੀ ਹੋ ਗਏ ਹਨ। ਸੋਨ ਸੋਨ ਸ੍ਰੀ ਨਾਨਕ ਮਨ ਭਾਈ। ਇੱਧਰ ਗੁਰੂ ਨਾਨਕ ਸਾਹਿਬ ਜੀ ਰਬਾਬ ਦੀ ਸੁਰ ਨੂੰ ਸੁਣ ਸੁਣ ਕੇ ਜੋ ਮਨ ਨੂੰ ਬਹੁਤ ਹੀ ਭਾ ਰਹੀ ਹੈ, ਮਨ ਭਾਉਂਦੀ ਸੁਰ ਨੂੰ ਸੁਣ ਸੁਣ ਕੇ ਗੁਰੂ ਸਾਹਿਬ ਜੀ ਲੱਗੀ ਸਮਾਧ ਅਖੰਡਾ। ਇੱਕ ਰਸ ਜਿਹੜੀ ਅਖੰਡ ਹੈ ਨਾ ਟੁੱਟਣ ਵਾਲੀ, ਉਹ ਸਮਾਧੀ ਗੁਰੂ ਸਾਹਿਬ ਜੀ ਦੀ ਲੱਗੀ ਹੈ। ਪਲਕ ਜੁਟੀ ਜੁਗ ਭਏ ਵਿਦੇਹਾ। ਗੁਰੂ ਸਾਹਿਬ ਜੀ ਦੇ ਜਿਹੜੇ ਨੇਤਰ ਹਨ, ਉਹਨਾਂ ਦੋਵਾਂ ਨੇਤਰਾਂ ਦੀਆਂ ਪਲਕਾਂ ਜੁੜ ਗਈਆਂ, ਨੇਤਰ ਬੰਦ ਹੋਏ ਹੈ, ਤੇ ਜਿਹੜੀ ਦੇਹ ਹੈ ਉਹ ਵਿਦੇਹੀ ਹੋ ਗਈ ਹੈ। ਭਾਵ ਦੇਹ ਤੋਂ ਉੱਪਰ ਹੋ ਗਏ ਹੈ, ਸਰੀਰ ਤੋਂ ਪਰੇ ਹੋ ਗਏ ਮਹਾਰਾਜ ਜੀ। ਸਵਾਸ ਦਸਮ ਦਰ ਮੰਡਾ। ਜਿਹੜੇ ਸਵਾਸ ਹੈ ਉਹ ਦਸਮ ਦਵਾਰ ਵਿੱਚ ਟਿਕ ਗਏ ਹੈ। ਹਜ਼ਾਰ ਪੰਖੜੀਆਂ ਵਾਲਾ ਜਿਹੜਾ ਕਵਲ ਉਹ ਖਿੜਿਆ ਹੀ ਹੈ ਮਹਾਰਾਜ ਜੀ ਦਾ ਪਹਿਲਾਂ ਵੀ। ਉਹ ਅਸ਼ੋਭ ਸ਼ੋਰ ਹੈ ਨਹ ਤਿਹ ਕੋ। ਗੁਰੂ ਜੀ ਅਸ਼ੋਭ ਤੋਂ ਰਹਿਤ ਹਨ,
ਕਿਉਂਕਿ ਗੁਰੂ ਸਾਹਿਬ ਜੀ ਨੂੰ ਕੋਈ ਸ਼ੋਭ ਘਬਰਾਹਟ ਹੈ ਹੀ ਨਹੀਂ ਹੈ। ਜੋ ਅਸ਼ੋਭ ਤੋਂ ਰਹਿਤ ਸਤਿਗੁਰੂ ਜੀ ਹੈ, ਉਸ ਸਮਾਧੀ ਨੂੰ ਛੱਡ ਹੀ ਨਹੀਂ ਰਹੇ। ਬੀਤ ਗਏ ਦਿਨ ਦੋ, ਗੁਰੂ ਜੀ ਦੀ ਐਸੀ ਸਮਾਧੀ ਲੱਗੀ ਹੈ, 2 ਦਿਨ ਹੀ ਬੀਤ ਗਏ, ਚੌਂਕੜਾ ਵੱਜਿਆਂ ਪਦਮਾਸਨ ਬਾਸੇ ਅਸ ਸੋਹਤ। ਪਦਮ ਆਸਣ 'ਚ ਬੈਠੇ ਸਤਿਗੁਰੂ ਜੀ ਦੇ ਇਸ ਤਰ੍ਹਾਂ ਸੋਭਨੀਕ ਹੋ ਰਹੇ ਹੈ, ਜਿਵ ਸ਼ਿਵ ਕਲਮਲ ਖੋ। ਜਿਸ ਤਰ੍ਹਾਂ ਜਿਹੜਾ ਸ਼ਿਵ ਕਲਿਆਣ ਹੈ, ਮੁਕਤੀ ਹੈ, ਜਿਵੇਂ ਕਲਿਆਣ ਉਹ ਮੁਕਤੀ ਨੂੰ ਜਿਹੜੀ ਹੈ ਨਾਸ ਕਰਨ ਵਾਲੀ, ਉਹੀ ਸਮਾਧੀ ਵਿੱਚ ਲੀਨ ਹੋਵੇ, ਸਮਾਧੀ ਵਿੱਚ ਬੈਠੀ ਹੋਵੇ। ਕਲਿਆਣ ਜਾਂ ਸ਼ਿਵ ਕਲ ਮੁਕਤੀ ਜੋ ਪਾਪਾਂ ਨੂੰ ਖੋਣ ਵਾਲੀ, ਨਾਸ ਕਰਨ ਵਾਲੀ ਹੈ, ਜਾਂ ਸ਼ਿਵ ਜੋ ਸ਼ਿਵ ਜੀ ਹੈ, ਪਾਪਾਂ ਨੂੰ ਖੋਣ ਵਾਲਾ, ਉਹੀ ਸਮਾਧੀ ਵਿੱਚ ਸਥਿਤ ਹੋਇਆ ਬੈਠਾ ਹੋਇਆ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਰਬਾਬ ਲਿਆਵਨ ਪ੍ਰਸੰਗ ਵਰਣਨ ਨਾਮ 35ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ 35ਵਾਂ ਅਧਿਆਇ ਉਹ ਸਮਾਪਤ ਹੋਇਆ। ਜਿਵੇਂ ਭਾਈ ਰਬਾਬ ਮਰਦਾਨਾ ਜੀ ਨੇ ਰਬਾਬ ਲਿਆਂਦਾ, ਉਹ ਇੱਥੇ ਪ੍ਰਸੰਗ ਸਮਾਪਤ ਹੋਇਆ ਹੈ। ਸੋ ਸਾਧ ਸੰਗਤ ਜੀ, ਇੱਥੇ ਜਿਹੜਾ ਇਸ ਪ੍ਰਸੰਗ ਦੀ ਸਮਾਪਤੀ ਹੋ ਗਈ ਹੈ। ਦੋਹਰਾ ਸ੍ਰੀ ਸਤਿਗੁਰ ਪਾਰਸ ਚਰਨਾ। ਭਾਈ ਸਾਹਿਬ ਜੀ ਅਗਲੇ ਪ੍ਰਸੰਗ ਨੂੰ ਆਰੰਭ ਕਰਦਿਆਂ ਮੰਗਲ ਕਰਦੇ ਹਨ। ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨ ਹਨ ਬੜੇ ਸੋਹਣੇ, ਉਹ ਪਾਰਸਵੱਟੀ ਦੇ ਸਦਰਸ਼ ਹਨ। ਮਨ ਮਨੂਰ ਮਮ ਭੇਟ। ਮੇਰਾ ਜਿਹੜਾ ਮਨ ਹੈ ਉਹ ਮਨੂਰ ਲੋਹੇ ਦੀ ਤਰ੍ਹਾਂ ਹੈ, ਜੰਗਾਲੇ ਹੋਏ ਲੋਹੇ ਦੀ ਤਰ੍ਹਾਂ। ਮਨੂਰ ਕਹਿੰਦਾ ਲੋਹੇ ਨੂੰ, ਜਿਹੜਾ ਮਿੱਟੀ ਵਾਂਗ ਮਰ ਚੁੱਕਿਆ ਖਿੰਗਰਿਆ ਹੋਇਆ ਲੋਹਾ ਹੁੰਦਾ ਹੈ, ਜਾਂ ਲੋਹੇ ਦੀ ਮੈਲ ਨੂੰ ਮਨੂਰ ਕਿਹਾ ਜਾਂਦਾ ਹੈ। ਜਿਵੇਂ ਲੋਹੇ ਨੂੰ ਬਹੁਤ ਜੰਗਾਲ ਲੱਗ ਜਾਵੇ, ਉਹ ਖਿੰਗਰਾ ਜਿਹਾ ਹੋ ਜਾਂਦਾ, ਖਰੜਾ ਜਿਹਾ, ਤੇ ਫਿਰ ਉਹ ਜਿਹੜਾ ਜੰਗਾਲ ਲੱਗ ਜਾਂਦਾ ਹੈ ਤੇ ਉਹ ਲੋਹੇ ਨੂੰ ਬਰਬਾਦ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਭਾਈ ਸਾਹਿਬ ਜੀ ਕਹਿੰਦੇ ਜਿਹੜਾ ਮੇਰਾ ਮਨ ਹੈ ਮਹਾਰਾਜ, ਉਹ ਮਨੂਰ ਦੀ ਤਰ੍ਹਾਂ ਹੋਇਆ, ਜੰਗਾਲੇ ਹੋਏ ਲੋਹੇ ਦੀ ਤਰ੍ਹਾਂ। ਇਹ ਪਾਪਾਂ ਰੂਪੀ ਜੰਗਾਲ ਲੱਗਾ, ਇਹਨੂੰ ਵਿਸ਼ਿਆਂ ਰੂਪੀ ਇਹਨੂੰ ਜੰਗ ਲੱਗਾ ਹੈ। ਮਰ ਚੁੱਕਾ ਲੋਹਾ ਜਿਹੜਾ ਮਨੂਰ, ਉਹਦੇ ਵਾਂਗ ਹੋ ਚੁੱਕਿਆ ਮੇਰਾ ਮਨ, ਕਿਉਂਕਿ ਇਸ ਮਨ ਕੋ ਮਲ ਲੱਗੀ, ਇਸ ਮਨ ਨੂੰ ਮੈਲ ਲੱਗੀ ਹੈ। ਜਨਮ ਜਨਮ ਕੀ ਮਲ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹੋ। ਇਹ ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੈ, ਪਾਪਾਂ ਦੀ, ਵਿਕਾਰਾਂ ਦੀ, ਵਿਸ਼ਿਆਂ ਦੀ। ਇਸ ਕਰਕੇ ਜਿਹੜਾ ਮੇਰਾ ਮਨ ਮਨੂਰ ਵਾਂਗ ਹੈ, ਉਹ ਲੋਹੇ ਵਾਂਗ, ਲੋਹੇ ਦੀ ਮੈਲ ਵਾਂਗ ਹੋਇਆ ਹੈ। ਜਦੋਂ ਇਸ ਨੂੰ ਸਤਿਗੁਰੂ ਜੀ ਦੇ ਜਿਹੜੇ ਚਰਨ ਪਾਰਸਵੱਟੀ ਵਾਂਗ ਛੋਹ ਜਾਣਗੇ, ਜਦੋਂ ਉਹਨਾਂ ਚਰਨਾਂ ਪਾਰਸਵੱਟੀ ਵਰਗਿਆਂ ਦੇ ਨਾਲ ਮੇਰਾ ਮਨ ਮਨੂਰ ਦਾ ਮਿਲਾਪ ਹੋ ਜਾਵੇਗਾ। ਕੰਚਨ ਸੋਹੁ ਵਹਿ ਜਬ ਹੈ। ਜਿਸ ਤਰ੍ਹਾਂ ਪਾਰਸਵੱਟੀ ਨੂੰ ਛੋਹਿਆ 7 ਧਾਤਾਂ ਜਿਹੜੀਆਂ ਉਹ ਸੋਨਾ ਹੋ ਜਾਂਦੀਆਂ, ਪਿੱਤਲ, ਜਿਸਤ, ਲੋਹਾ, ਤਾਂਬਾ, ਚਾਂਦੀ, ਇਹ 7 ਧਾਤਾਂ ਨੂੰ ਇਹ ਕਰ ਦਿੰਦਾ ਹੈ ਪਾਰਸਵੱਟੀ, ਸੋਨਾ ਬਣਾ ਦਿੰਦਾ ਹੈ। ਇਸ ਤਰ੍ਹਾਂ ਜਿਹੜਾ ਮੇਰਾ ਮਨ ਮਨੂਰ ਲੋਹੇ ਵਾਂਗ ਹੈ, ਲੋਹੇ ਦੀ ਮੈਲ ਵਰਗਾ, ਜਦੋਂ ਗੁਰੂ ਜੀ ਦੇ ਜਿਹੜੇ ਚਰਨ ਪਾਰਸਵੱਟੀ ਵਾਂਗ ਉਹਨਾਂ ਨੂੰ ਛੋਹੇਗਾ, ਇਹ ਸੋਨੇ ਵਰਗਾ ਹੋ ਜਾਵੇਗਾ। ਉਦੋਂ ਜਿਵੇਂ 12 ਬੰਨੀ ਦਾ ਸ਼ੁੱਧ ਸੋਨਾ ਹੁੰਦਾ ਹੈ, ਚਮਕਾਂ ਦਮਕਾਂ ਮਾਰਦਾ, ਇਸੇ ਤਰ੍ਹਾਂ ਦਾ ਮੇਰਾ ਮਨ ਪਾਪਾਂ ਤੋਂ ਰਹਿਤ, ਵਿਕਾਰਾਂ ਤੋਂ ਰਹਿਤ ਹੋ ਜਾਵੇਗਾ। ਲੱਗਹਿ ਨਾ ਜਮ ਕੀ ਫੇਟ। ਫਿਰ ਮੇਰੇ ਮਨ ਨੂੰ ਜਿਹੜੀ ਜਮ ਦੀ ਫੇਟ ਹੈ ਨਾ, ਉਹ ਨਹੀਂ ਲੱਗੇਗੀ। ਜਮ ਦੀ ਜਿਹੜੇ ਫੇਟ, ਜਿਹੜੀ ਚੋਟ, ਉਹ ਨਹੀਂ ਲੱਗੇਗੀ। ਇਹ ਜਿਹੜੀ ਫੇਟ ਕਹੀਦਾ, ਜਿਵੇਂ ਆਪਾਂ ਸੜਕਾਂ 'ਤੇ ਜਾਂਦੇ ਹਾਂ ਅਤੇ ਕੋਈ ਗੱਡੀ ਆਦਿਕ ਸਾਨੂੰ ਸਾਈਡ ਜਿਹੀ ਮਾਰ ਦਿੰਦੀ, ਪਾਸਾ ਜਿਹਾ ਮਾਰ ਦਿੰਦੀ, ਜਿਵੇਂ ਆ ਘੋੜੇ ਦੀਆਂ ਫੇਟਾਂ 'ਤੇ ਉਹ ਸੂਰਮੇ ਚੜ੍ਹ ਕੇ ਇੱਕ ਪਾਸਾ ਜਿਹਾ ਮਾਰ ਕੇ ਸੁੱਟ ਦਿੰਦੇ। ਕਿਸੇ ਵੇਲੇ 'ਤੇ ਜਿਹੜੀ ਫੇਟ ਵੱਜਦੀ, ਜਦੋਂ ਉਹ ਤਾਂ ਐਸੀ ਵੱਜਦੀ ਹੈ, ਬਹੁਤ ਨੁਕਸਾਨ ਕਰ ਜਾਂਦੀ ਹੈ। ਸਾਈਡ ਲੱਗਣ ਦੇ ਨਾਲ ਕਈ ਕੁਝ ਐਕਸੀਡੈਂਟ ਬੜੇ ਤਗੜੇ ਹੋ ਜਾਂਦੇ ਹੈ, ਉਹਨੂੰ ਕਹੀਦਾ ਫੇਟ। ਫਿਰ ਫੇਟ ਦਾ ਅਰਥ ਫਾਹੀ ਵੀ ਹੈ,
ਭਾਈ ਸਾਹਿਬ ਜੀ ਕਹਿੰਦੇ ਜਦੋਂ ਮੇਰਾ ਮਨ 12 ਮੰਨੀ ਦੇ ਸੋਨੇ ਵਾਂਗ ਸ਼ੁੱਧ ਹੋ ਗਿਆ, ਫਿਰ ਇਸ ਨੂੰ ਜੰਮ ਦੀ ਜਿਹੜੀ ਚੋਟ ਹੈ ਉਹ ਨਹੀਂ ਲੱਗੇਗੀ, ਜਿਹੜੀ ਜੰਮ ਦੀ ਫਾਈ ਹੈ ਉਹ ਨਹੀਂ ਮੈਨੂੰ ਲੱਗੇਗੀ। ਦੁਵਈਆ ਛੰਦ ਲੱਗੀ ਸਮਾਦ ਬਿਤੇ ਦਿਨ ਦੋ। ਇਸ ਤਰ੍ਹਾਂ ਜਿਹੜੀ 2 ਦਿਨ ਹੋ ਗਿਆ ਗੁਰੂ ਜੀ ਦੀ ਸਮਾਧ ਲੱਗੀ ਨੂੰ। ਲੋਚਨ ਕਮਲ ਨਾ ਬਿਕਸੇ। ਜਿਹੜੇ ਗੁਰੂ ਜੀ ਦੇ ਕਮਲ ਵਰਗੇ ਨੇਤਰ ਹੈ ਉਹ ਖਿੜੇ ਨਹੀਂ ਹੈ, ਖੁੱਲੇ ਨਹੀਂ ਹਨ। ਮਰਦਾਨੇ ਤਨ ਸ਼ੁਦਾ ਅਧਿਕ ਭੀ। ਇੱਧਰ ਭਾਈ ਮਰਦਾਨੇ ਨੂੰ ਵੀ 2 ਦਿਨ ਬੈਠਿਆਂ ਹੋ ਗਏ ਆ, ਉਹ ਸੁਰ ਵਿੱਚ ਰਬਾਬ ਕੀਤਿਆਂ ਜਿਹੜੀ ਸਰੀਰ ਨੂੰ ਬਹੁਤ ਹੀ ਭੁੱਖ ਲੱਗ ਗਈ ਹੈ। ਪ੍ਰਾਣ ਜਾਹੇ ਜੋ ਨਿਕਸੇ। ਭਾਈ ਮਰਦਾਨਾ ਜੀ ਨਾਲ ਤੇਵੇਂ ਹੋ ਰਿਹਾ ਜਿਵੇਂ ਪ੍ਰਾਣ ਹੀ ਨਿਕਲ ਚੱਲੇ ਹੋਣ, ਆ ਜਾਨ ਹੀ ਨਿਕਲ ਚੱਲੀ ਹੋਵੇ। ਓ ਮਾਨਵ ਤਹ ਦ੍ਰਿਸ਼ਟ ਨਾ ਆਵੇ। ਉੱਥੇ ਉਜਾੜ ਵਿੱਚ ਬੈਠਿਆਂ ਹੋਇਆ ਕੋਈ ਵੀ ਜਿਹੜਾ ਮਨੁੱਖ ਹੈ ਉਹ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਜਿਹ ਤੇ ਜਾਚਹ ਖਾਨਾ। ਵੀ ਜਿਸ ਤੋਂ ਆ ਖਾਣ ਵਾਸਤੇ ਵੀ ਭੋਜਣੀ ਮੰਗ ਲਈਏ ਵੀ ਮੈਂ ਭੁੱਖਾ ਬਹੁਤ, ਮੈਨੂੰ ਭੋਜਨ ਦੇ ਦਈਏ। ਉਦੋਂ ਨਿਗਟ ਨਿਰਮਲ ਜਲ ਸੀਤਲ। ਜਿੱਥੇ ਸਤਿਗੁਰ ਜੀ ਸਮਾਧੀ ਵਿੱਚ ਬਿਰਾਜਮਾਨ ਸਨ ਉੱਥੇ ਕੋਲ ਹੀ ਬੜਾ ਉੱਜਲ ਤੇ ਠੰਡਾ ਜਲ ਸੀ। ਦੇਖ ਹੋਇ ਕਰਹਿ ਸੋ ਪਾਨਾ। ਭਾਈ ਮਰਦਾਨਾ ਜੀ ਜਦੋਂ ਹੀ ਤੇ ਤੰਗ ਕਰਦੀ ਹੈ ਬੁੱਕ ਜਿਹਾ ਭਰ ਕੇ ਤੋਂ ਜਾਲੀ ਪੀ ਲੈਂਦੇ ਹਨ। ਦੋਹਰਾ ਤਜ ਕਰ ਪ੍ਰਭ ਕੋ ਜਾਏ ਨਹਿ। ਇੱਧਰ ਜੋ ਭਾਈ ਮਰਦਾਨਾ ਜੀ ਭੁੱਖ ਵੀ ਬਹੁਤ ਲੱਗੀ ਹੈ ਪਰ ਛੱਡ ਕਰਕੇ ਮਹਾਰਾਜ ਜੀ ਨੂੰ ਜਾ ਨਹੀਂ ਸਕਦਾ। ਮਨ ਮਹਿ ਕਰਤ ਵਿਚਾਰ। ਮਨ ਵਿੱਚ ਬਹੁਤ ਸੋਚਾਂ ਵਿਚਾਰਾਂ ਕਰਦਾ ਭੁੱਖ ਨਾਲ। ਕਿਹ ਬਿਦ ਬੀਤ ਹੈ ਸੰਗ ਨਾ। ਕਹਿੰਦੇ ਹੈ ਮਨ ਵਿੱਚ ਕਿ ਭਲਾ ਵੀ ਮਨਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨਾਲ ਕਿਵੇਂ ਸਾਡੀ ਬੀਤੇਗੀ, ਕਿਵੇਂ ਲੰਘੇਗੀ ਇਸ ਤਰ੍ਹਾਂ ਭੁੱਖੇ ਪਿਆਸਿਆਂ। ਉਹ ਵਹਿ ਕਸ਼ਟ ਪਾਰ। ਜਿਵੇਂ ਅੱਜ ਕਸ਼ਟ ਹੋ ਰਹਿਣਾ ਬੇਅੰਤ, ਇਸੇ ਤਰ੍ਹਾਂ ਇਹਨਾਂ ਦੀ ਫੇਰ ਕਿਸੇ ਦਿਨ ਸਮਾਧੀ ਲੱਗ ਗਈ ਤੇ ਭੁੱਖ ਕਰਕੇ ਬੜਾ ਦੁੱਖ ਕਲੇਸ਼ ਹੀ ਹੋਣਾ ਹੈ। ਸੋਰਠਾ ਅਬ ਕੇ ਦੇਹ ਮਝਾਰ ਆਵਹਿ। ਕਹਿੰਦੇ ਐ ਵੀ ਹੁਣ ਅਬ ਕੇ ਦੇਹ ਮਝਾਰ, ਅੱਜ ਜਦੋਂ ਮਹਾਰਾਜ ਦੇਹ ਵਿੱਚ ਆਉਣਗੇ ਭਾਵ ਸਮਾਧੀ ਤੋਂ ਉਥਾਨ ਹੋਣਗੇ। ਆਵਹਿ ਮੰਗੋ ਬਿਦਾ ਮੈਂ। ਜਦੋਂ ਇਹ ਸਮਾਧੀ ਵਿੱਚੋਂ ਬਾਹਰ ਆਉਣਗੇ ਸਤਿਗੁਰ ਜੀ ਉਥਾਨ ਹੋਣਗੇ ਸਮਾਧੀ ਤੋਂ ਤੇ ਮੈਂ ਤੇ ਵੀ ਵਿਦਾਇਗੀ ਮੰਗ ਲੈਣੀ, ਮਹਾਰਾਜ ਮੈਂ ਨਹੀਂ ਰਹਿਣਾ ਇੱਥੇ। ਜਾਵੋ ਆਪਨ ਅਗਾਰ। ਗੁਰੂ ਸਾਹਿਬ ਜੀ ਮੇਰਾ ਤੇ ਨਹੀਂ ਗੁਜ਼ਾਰਾ, ਮੈਂ ਤੇ ਆਪਣੇ ਘਰ ਹੀ ਜਾਵਾਂਗਾ। ਕਠਨ ਰਹਤ ਹੈ ਸੰਗ ਇਨਾ। ਕਠਨ ਰਹਿਨ ਹੈ ਸੰਗ ਇਨਾ। ਕਿਉਂਕਿ ਇਹਨਾਂ ਨਾਲ ਜਿਹੜਾ ਰਹਿਣਾ ਬੜਾ ਔਖਾ ਹੈ, ਭੁੱਖ ਪਿਆਸ ਨਹੀਂ ਜਿਹੜੀ ਉਹ ਜਰੀ ਜਾਂਦੀ। ਦੁਵਈਆ ਛੰਦ ਬਹੁਤ ਸ਼ੁਦਾ ਮਹਿ ਭਇਓ ਬਿਹਾਲਾ। ਵੇਖ ਲੋ ਆ 2 ਦਿਨ ਹੋ ਗਏ ਮੈਨੂੰ ਭੁੱਖਿਆਂ ਨੂੰ ਤੇ ਭੁੱਖ ਨਾਲ ਤੇ ਮੈਂ ਬਹੁਤ ਮੇਰਾ ਬੁਰਾ ਹਾਲ ਹੋ ਗਿਆ ਹੈ। ਭੋਜਨ ਹਾਥ ਨਾ ਆਇਓ। ਭੋਜਨ ਹੁਣ ਇੱਥੇ ਜਾੜ 'ਚ ਬੈਠੇ ਆ, ਇੱਧਰ ਉੱਧਰ ਦੇਖੀਦਾ ਹਾਥੀ ਨਹੀਂ ਆਇਆ। ਤਾਜ ਨਹ ਸਕਈ ਦੀਨ ਦਿਆਲਾ। ਫਿਰ ਮੈਂ ਕਰਾਂ ਵੀ ਕੀ, ਮਹਾਰਾਜ ਜੋ ਗਰੀਬਾਂ ਦੇ ਦਿਆਲਤਾ ਕਰਨ ਵਾਲੇ ਇਹਨਾਂ ਨੂੰ ਵੀ ਛੱਡ ਕੇ ਜਾ ਨਹੀਂ ਸਕਦਾ। ਬਣੀ ਕਠਨ ਦੁਖ ਪਾਇਓ। ਆ ਤੇ ਵੇਖ ਲੋ ਵੀ ਮੈਨੂੰ ਬੜੀ ਔਖੀ ਗੱਲ ਬਣ ਆਈ ਹੈ, ਬੜਾ ਦੁੱਖ ਪਾ ਰਿਹਾ ਭਾਈ ਮਰਦਾਨਾ। ਅਸਮੰਜਸ ਭੀ ਦੋਨੋਂ ਬਾਤਾਂ। ਕਹਿੰਦੇ ਵੀ ਵੇਖ ਲੋ ਆ ਦੋਵੇਂ ਗੱਲਾਂ ਹੀ ਮੈਨੂੰ ਬੜੀਆਂ ਹੈਰਾਨੀਜਨਕ ਹੀ ਹੋ ਗਈਆਂ, ਪਰੇਸ਼ਾਨ ਕਰਨ ਵਾਲੀਆਂ ਹੀ ਹੋ ਗਈਆਂ ਹੈ। ਨਿਕਟ ਰਹਿਣਾ ਪੁਰ ਜਾਣਾ। ਮੈਨੂੰ ਬੜੀਆਂ ਕਠਿਨਾਈ ਵਾਲੀਆਂ ਦੋਵੇਂ ਗੱਲਾਂ ਹੋ ਗਈਆਂ। ਨਾ ਤੇ ਮੈਂ ਕੋਲ ਰਹਿ ਸਕਦਾ ਹਾਂ ਤੇ ਨਾ ਬਿਨਾਂ ਆਗਿਆ ਤੋਂ ਸੁਲਤਾਨਪੁਰੀ ਜਾ ਸਕਦਾ ਵੀ ਉੱਥੋਂ ਕੁਝ ਮੰਗ ਲਿਆਵਾਂ। ਨਾ ਸੁਲਤਾਨਪੁਰੀ ਜਾ ਸਕਦਾ, ਨਾ ਇਹਨਾਂ ਦੇ ਕੋਲ ਹੀ ਰਹਿ ਸਕਦਾ ਹਾਂ। ਦੋਵੇਂ ਗੱਲਾਂ ਹੀ ਔਖੀਆਂ ਹੋ ਗਈਆਂ ਹਨ। ਕਰਤ ਵਿਚਾਰ ਰਾਤ ਸਭ ਬੀਤੀ। ਇਸ ਤਰ੍ਹਾਂ ਵਿਚਾਰਾਂ ਕਰਦਿਆਂ ਕਰਦਿਆਂ ਸਾਰੀ ਰਾਤ ਹੀ ਭਾਈ ਮਰਦਾਨਾ ਜੀ ਦੀ ਲੰਘ ਗਈ। ਭਇਓ ਉਦੇ ਪੁਨ ਭਾਨਾ। ਇੱਧਰ ਸਵੇਰ ਹੋਈ ਹੈ ਤੇ ਸੂਰਜ ਜਿਹੜਾ ਪ੍ਰਗਟ ਹੋ ਗਿਆ, ਉਦੇ ਹੋ ਗਿਆ ਆਕਾਸ਼ ਵਿੱਚ। ਅੰਬਕ ਅੰਬਜ ਬਿਕ
ਸੇ ਤਿਹ ਸ਼ਨਾ। ਉਸ ਸਮੇਂ ਜੋ ਕਵਲ ਵਰਗੇ ਨੇਤਰ ਸਤਿਗੁਰ ਜੀ ਦੇ ਖਿੜੇ ਐ ਖੁੱਲੇ ਹਨ। ਭਏ ਸੁਚੇਤ ਸਰੀਰਾ। ਸਤਿਗੁਰੂ ਮਹਾਰਾਜ ਸਰੀਰ ਵਿੱਚ ਸੁਚੇਤ ਹੋਏ ਐ, ਅੰਗਾਂ ਵਿੱਚ ਹਿਲਜੁਲ ਕੀਤੀ ਹੈ। ਮਰਦਾਨੇ ਕੇ ਉਰ ਕੀ ਲਖ ਕਰ। ਇੱਧਰ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਦੇ ਦਿਲ ਦੀ ਜਾਣ ਕੇ ਬੋਲੇ ਵਾਕ ਗੰਭੀਰਾ। ਜਿਹੜੇ ਬੜੇ ਗੰਭੀਰ ਬਚਨ ਹੈ ਨਾ ਗੁਰੂ ਸਾਹਿਬ ਜੀ ਉਹ ਬੋਲੇ ਹਨ। ਕਿਹ ਬਿਦ ਕੀ ਸੁਧ ਬਦਹੁ ਆਪਣੀ। ਮਹਾਰਾਜ ਜੀ ਸਭ ਜਾਣਦੇ, ਕਹਿੰਦੇ ਵੀ ਭਾਈ ਮਰਦਾਨਾ ਆ ਕਿਸ ਤਰ੍ਹਾਂ ਦੀ ਤੇਰੀ ਜਿਹੜੀ ਖਬਰਸਾਰ ਹੈ ਆਪਣੇ ਮੁਖੋਂ ਕਹਿ। ਬਦਨ ਰਹਿਓ ਮੁਰਝਾਇਓ। ਕਿਉਂਕਿ ਤੁਹਾਡਾ ਜਿਹੜਾ ਮੁਖ ਹੈ ਉਹ ਵੀ ਬੜਾ ਮੁਰਝਾਇਆ ਹੋਇਆ ਹੈ। ਸੁਨ ਕਰ ਸ੍ਰੀ ਨਾਨਕ ਕੇ ਬਚਨਾ। ਇੱਧਰ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਹਿਣ ਲੱਗੋ ਬਿਕੁਲਾਇਓ। ਭਾਈ ਮਰਦਾਨਾ ਜੀ ਦੇ ਬੜੇ ਵਿਆਕਲ ਹੋ ਕੇ ਕਹਿਣ ਲੱਗੇ ਹਨ, ਸ਼ੁਦਾ ਬਿਪਾਸਾ ਤੁਮਰੇ ਨਿਵਰੇ। ਹੇ ਮਹਾਰਾਜ ਤਾਂ ਜਿਹੜੇ ਭੁੱਖ ਤੇ ਪਿਆਸ ਆ ਉਹ ਤੇ ਗੁਰੂ ਸਾਹਿਬ ਜੀ ਤੁਹਾਡੇ ਤੇ ਦੂਰ ਹੋਏ ਨੇ। ਤੁਹਾਡੇ ਤੇ ਭੁੱਖ ਪਿਆਸ ਤੇ ਤੁਹਾਨੂੰ ਲੱਗਦੀ ਨਹੀਂ ਹੈ। ਇਹਨਾਂ ਤੇ ਕਸ਼ਟ ਨਾ ਕੋ। ਤੁਹਾਨੂੰ ਤੇ ਭੁੱਖ ਪਿਆਸ ਤੋਂ ਕੋਈ ਦੁੱਖ ਕਸ਼ਟ ਨਹੀਂ ਹੈ, ਕਿਉਂਕਿ ਤੁਸੀਂ ਪਰਮੇਸ਼ਰ ਰੂਪ ਹੋ। ਜੈਸੇ ਤੁਮ ਕੋ ਆਨ ਵਿਆਪ ਹੈ। ਇਹ ਜਿਹੜੇ ਭੁੱਖ ਪਿਆਸ ਬੰਦੇ ਨੂੰ ਬੜੇ ਸਤਾਉਂਦੇ ਆ, ਫਿਰ ਭਲਾ ਵੀ ਇਹ ਕਿਸ ਤਰ੍ਹਾਂ ਤੁਹਾਨੂੰ ਆਣ ਕੇ ਵਿਆਪਣ ਲੱਗਣ ਚੰਬੜਨ। ਰਾਵਰ ਸਿਰਜੇ ਸੋ। ਆਪ ਜੀ ਪਰਮੇਸ਼ਰ ਰੂਪ ਹੈ, ਆਪ ਜੀ ਦੇ ਤੇ ਬਣਾਏ ਹੋਏ ਭੁੱਖ ਪਿਆਸ, ਫਿਰ ਤੁਹਾਨੂੰ ਕਿਵੇਂ ਲੱਗੇ? ਇਹ ਤੇ ਤੁਸਾਂ ਨੇ ਸਾਡੇ ਵਰਗਿਆਂ ਨੂੰ ਲਾਏ ਹੋਏ ਐ। ਹਮਰਾ ਨਰ ਤਨ ਤੈਨ ਬਿਨ ਗੁਜਰਨਾ। ਬਾਕੀ ਸਤਿਗੁਰ ਜੀ ਤੁਹਾਡਾ ਪਰਮੇਸ਼ਰ ਸਰੂਪ ਹੋ ਤੁਸੀਂ, ਅਸੀਂ ਤੇ ਮਨੁੱਖ ਹਾਂ। ਸਾਡਾ ਜਿਹੜਾ ਮਨੁੱਖਾਂ ਦਾ ਸਰੀਰ ਹੈ ਇਹਦੇ ਬਿਨਾਂ ਤੇ ਸਾਡਾ ਗੁਜ਼ਾਰਾ ਨਹੀਂ, ਭੁੱਖ ਪਿਆਸ ਬਿਨਾਂ। ਆਸਨ ਬਸਨ ਨਿਤ ਚਾਹੋ। ਅਸੀਂ ਤੇ ਜਿਹੜਾ ਹਰ ਵਕਤ ਹੀ ਹਮੇਸ਼ਾ ਹੀ ਖਾਣ ਨੂੰ ਦੋਵੇਂ ਤਿੰਨੇ ਟਾਈਮ ਭੋਜਨ ਤੇ ਤਨ ਨੂੰ ਢੱਕਣ ਵਾਸਤੇ ਬਸਤਰ ਚਾਹੁੰਦੇ ਹਾਂ। ਭਇਓ ਸ਼ੁਦਾ ਸੋ ਅਧਿਕ ਬਿਹਾਲਾ। ਗੁਰੂ ਸਾਹਿਬ ਜੀ ਵੇਖ ਲੋ, ਮੈਨੂੰ ਤੇ 2 ਦਿਨ ਹੋ ਗਏ ਐ, ਤੁਸੀਂ ਸਮਾਧੀ ਵਿੱਚ ਸੀ, ਮੈਂ ਤੇ ਭੁੱਖ ਨਾਲ ਬੜਾ ਵਿਆਕਲੀ ਹੋ ਗਿਆ ਹਾਂ। ਕਿਹ ਤੇ ਪ੍ਰਭ ਜੀ ਖਾਹੋ। ਤੁਸੀਂ ਹੀ ਦੱਸੋ ਵੀ ਆ ਉਜਾੜ ਵਿੱਚ ਬੈਠੇ ਹੋਏ ਆ, ਭਲਾ ਕਿਸ ਤੋਂ ਮੰਗ ਕੇ ਖਾਈਏ ਭੋਜਨ। ਤੁਮ ਜੇ ਸੰਗ ਰਖਿਓ ਨਿਤ ਚਾਹਤ। ਮੈਂ ਤੇ ਗੁਰੂ ਸਾਹਿਬ ਜੀ ਸਿੱਧਾ ਇਹ ਕਹਿਣਾ, ਜੇ ਤੁਸੀਂ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਹਮੇਸ਼ਾ, ਦੂਰ ਸ਼ੁਦਾ ਕਰ ਮੋਰੀ। ਜਿਵੇਂ ਤੁਹਾਡੀ ਭੁੱਖ ਪਿਆਸ ਦੂਰ ਹੋਈ ਇਸੇ ਤਰ੍ਹਾਂ ਮੇਰੀ ਵੀ ਭੁੱਖ ਦੂਰ ਕਰ ਦਿਓ। ਸੁਰਤੀਨ ਅਸਨ ਬਿਨ ਬੀਤੇ। ਵੇਖ ਲੋ ਮਹਾਰਾਜ ਤੁਸੀਂ ਸਮਾਧੀ ਵਿੱਚ ਸੀ, ਆ 3 ਦਿਨ ਮੈਨੂੰ ਭੁੱਖਿਆਂ ਨੂੰ ਹੋ ਗਏ, 3 ਦਿਨ ਮੇਰੇ ਭੋਜਨ ਬਿਨਾਂ ਹੀ ਲੰਘ ਗਏ ਹਨ। ਬਿਕਲ ਬਪੁਖ ਬਿਨ ਜੋਰੀ। ਮੇਰਾ ਸਰੀਰ ਵੀ ਵੇਖੋ ਵਿਆਕਲ ਹੋਇਆ ਤੇ ਕਮਜ਼ੋਰ ਹੋ ਗਿਆ ਹੈ। ਕਿਹ ਬਿਦ ਹੋਏ ਮੋਹਿ ਨਿਰਬਾਹੂ। ਆਪ ਜੀ ਦੱਸੋ ਵੀ ਭਲਾ ਕਿਸ ਤਰ੍ਹਾਂ ਜਿਹੜਾ ਮੇਰਾ ਨਿਰਬਾਹ ਹੋਵੇ, ਕਿਵੇਂ ਗੁਜ਼ਾਰਾ ਹੋ ਤੁਹਾਡੇ ਨਾਲ। ਅਸਨ ਅਚਨ ਚਿਤ ਚਾਹਾ। ਮੈਂ ਤੇ ਜਿਹੜਾ ਭੋਜਨ ਤੇ ਹਮੇਸ਼ਾ ਹੀ ਚਾਹੁੰਦਾ ਹਾਂ, ਦੋਵੇਂ ਤਿੰਨੇ ਟਾਈਮ ਰੱਜ ਕੇ ਖਾਣਾ। ਇਨ ਨਿਰਬਲ ਤਨ ਦੂਸਰ ਪਦ ਸੋ। ਇੱਕ ਤੇ ਇੱਕ ਨਿਰਬਲ ਤਨ, ਇੱਕ ਤੇ ਵੇਖੋ ਮੇਰਾ ਸਰੀਰ ਭੁੱਖ ਨਾਲ ਕਮਜ਼ੋਰ ਹੋ ਗਿਆ ਹੈ, ਦੂਸਰਾ ਜਿਹੜਾ ਤੁਹਾਡੇ ਨਾਲ ਪੈਰਾਂ ਨਾਲ ਚੱਲਣਾ ਪੈਂਦਾ ਹੈ। ਸਦਾ ਪੰਥ ਅਵਗਾਹਾ। ਸਦਾ ਹੀ ਜਿਹੜਾ ਪੰਥ ਹੈ, ਰਸਤਾ ਹੈ, ਉਹ ਵੀ ਚੱਲ ਕੇ ਜਾਣਾ ਪਵੇਗਾ। ਤੁਹਾਡੇ ਨਾਲ ਇਵੇਂ ਚੱਲ ਕੇ ਜਾਣਾ ਪੈਣਾ ਹੈ। ਇਸ ਕਰਕੇ ਮਹਾਰਾਜ ਮੇਰਾ ਤੇ ਇਸ ਤਰ੍ਹਾਂ ਗੁਜ਼ਾਰਾ ਨਹੀਂ ਹੈ। ਇਹ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ, ਗੁਰੂ ਸਾਹਿਬ ਜੀ ਅੱਗੋਂ ਜਿਵੇਂ ਕਹਿੰਦੇ ਹਨ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ ਜੀ। ਕਿਹ ਬਿਦ ਹੋਏ ਮੋਹਿ ਨਿਰਬਾਹੂ। ਅਸਨ ਅਚਨ ਚਿਤ ਚਾਹਾ। ਇੱਕ ਨਿਰਬਲ ਤਨ ਦੂਸਰ ਪਦ ਸੋ। ਸਦਾ ਪੰਥ ਅਵਗਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।